ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਿਰਾਜਰੀ ਮਾਇਓ। ਡੀਹਰ ਨਿਆਈ ਮੋਹੇ ਫਾਕਿਓ ਰੇ। ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਿਰਾਜਰੀ ਮਾਇਓ। ਡੀਹਰ ਨਿਆਈ ਮੋਹੇ ਫਾਕਿਓ ਰੇ। ਰਹਾਉ ਘਣੋ 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 ਸਦ ਲੋੜੈ, ਬਿਨ ਲਹਿਣੇ ਕੈਠੈ ਪਾਇਓ ਰੇ। ਮਹਾਰਾਜ ਰੁਗਾਥ ਵਾਹੂ ਸਿਉ ਲੁਬੜਿਓ, ਨੇਹ ਭਾਗੜੋ ਪਾਹੇ ਸੰਜੋਇਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਾਰਾਜਰੀ ਗਾਠੜੀਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਾਰਾਜਰੀ ਗਾਠੜੀਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਜਿੱਥੇ ਤਨ ਦੀ ਤੰਦਰੁਸਤੀ ਬਖਸ਼ਿਸ਼ ਕੀਤੀ ਹੈ, ਉੱਥੇ ਮਨ ਦਾ ਸੋਹਣਾ ਉਦਮ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਸਦ ਬਹਾਇਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਸਾਨੂੰ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਰੋਜ਼ਾਨਾ ਦੀ ਮਰਿਆਦਾ ਦੇ ਤਹਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ
ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕਰੋੜਾਂ ਵਾਰ ਸ਼ੁਕਰਾਨਾ ਕਰੀਏ, ਜਿਨ੍ਹਾਂ ਨੇ ਆਪਾਂ ਸਾਰਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਪਾਵਨ ਅਸਥਾਨ ਦੇ ਦਰਸ਼ਨ, ਦੀਦਾਰ ਔਰ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਕਿਉਂਕਿ ਸਾਧ ਸੰਗਤ, ਜੇ ਮਨੁੱਖ ਦੀ ਭਾਗ ਲੜੀ ਕਮਜ਼ੋਰ ਹੋਵੇ, ਉਹ ਲੱਖ ਯਤਨ ਕਰੇ ਤਾਂ ਵੀ ਗੁਰੂ ਦੀ ਸੰਗਤ ਵਿੱਚ ਨਹੀਂ ਆ ਸਕਦਾ। ਬਾਹਰੀ ਤੌਰ ਤੇ ਮਨੁੱਖ ਹਰ ਕੰਮ ਵਿੱਚ ਸਭ ਤੋਂ ਪਹਿਲਾਂ ਆਪਣਾ ਬਲ, ਆਪਣੀ ਤਾਕਤ, ਆਪਣੀ ਸਿਆਣਪ, ਆਪਣੇ ਜ਼ੋਰ ਦੀ ਅਜਮਾਇਸ਼ ਕਰਦਾ ਹੈ ਕਿ ਮੈਂ ਆਹ ਕੰਮ ਜ਼ੋਰ ਨਾਲ ਕਰਾ ਲੈਣਾ, ਆਹ ਕੰਮ ਸਿਆਣਪ ਨਾਲ ਹੋ ਜਾਣਾ ਹੈ। ਤਾਈਓ ਮਨੁੱਖੀ ਮਨ ਦੇ ਅੰਦਰ ਸੰਕਲਪ ਵਿਕਲਪ ਸਕੀਮਾਂ ਜਿਹੜੀਆਂ ਹਨ ਉਹ ਬਣਦੀਆਂ ਰਹਿੰਦੀਆਂ ਨੇ, ਢਹਿੰਦੀਆਂ ਰਹਿੰਦੀਆਂ ਨੇ। ਪਰ ਸਾਧ ਸੰਗਤ, ਜਦੋਂ ਤੁਸੀਂ ਇਸ ਅਧਿਆਤਮ ਦੇ ਪਰਮਾਰਥ ਦੇ ਮਾਰਗ ਉੱਤੇ ਤੁਰੋਗੇ, ਤੁਸੀਂ ਹਰ ਰੋਜ਼ ਦੇ ਸਤਸੰਗੀ ਬੈਠੇ ਹੋ। ਦੁਨੀਆ ਵਿੱਚ ਕੋਈ ਵੀ ਪਦਾਰਥ ਮੁੱਲ ਖਰੀਦਿਆ ਜਾ ਸਕਦਾ ਹੈ। ਹਰ ਇੱਕ ਪਦਾਰਥ ਦਾ ਕੋਈ ਨਾ ਕੋਈ ਮੁੱਲ ਹੈ। ਜ਼ਮੀਨ ਤੋਂ ਲੈ ਕੇ ਜਾਇਦਾਦ ਦੇ ਹਰ ਪਦਾਰਥ ਦਾ ਕੋਈ ਨਾ ਕੋਈ ਮੁੱਲ ਹੈ। ਜਿੰਨਾ ਕੁਝ ਆਪਣੇ ਚਾਰ ਚੁਫੇਰੇ ਆਲੇ ਦੁਆਲੇ ਨਜ਼ਰ ਆ ਰਿਹਾ ਹੈ, ਇਹ ਸਭ ਕੁਝ ਮੁੱਲ ਪਦਾਰਥ ਨੇ। ਮੁੱਲ ਖਰੀਦੇ ਜਾ ਸਕਦੇ ਨੇ। ਮੁੱਲ ਖਰੀਦ ਕੇ ਖਾਧਾ ਜਾ ਸਕਦਾ ਹੈ, ਮੁੱਲ ਖਰੀਦ ਕੇ ਪਹਿਨਿਆ ਜਾ ਸਕਦਾ ਹੈ, ਮੁੱਲ ਖਰੀਦ ਕੇ ਘਰ ਵਿੱਚ ਰਿਹਾ ਜਾ ਸਕਦਾ ਹੈ, ਮੁੱਲ ਖਰੀਦ ਕੇ ਸੰਸਾਰ ਦੇ ਪਦਾਰਥਾਂ ਨੂੰ ਭੋਗਿਆ ਜਾ ਸਕਦਾ ਹੈ। ਦੁਨੀਆ ਵਿੱਚ ਹਰ ਪਦਾਰਥ ਦਾ ਕੋਈ ਨਾ ਕੋਈ ਮੁੱਲ ਹੈ। ਪਰ ਕਮਾਲ ਦੀ ਗੱਲ, ਪਰਮਾਰਥ ਦੇ ਰਸਤੇ ਉੱਤੇ ਤੁਰੋਗੇ, ਪਰਮਾਰਥ ਦਾ ਕੋਈ ਮੁੱਲ ਨਹੀਂ ਹੈ। ਇਸ ਪਰਮਾਰਥ ਦਾ ਕੋਈ ਮੁੱਲ ਨਹੀਂ ਪਾ ਸਕਦਾ। ਕੋਈ ਬੰਦਾ ਕਹੇ ਮੈਂ ਮਨ ਦਾ ਸਕੂਨ, ਸ਼ਾਂਤੀ, ਸਹਿਜ ਪੈਸੇ ਦੇ ਕੇ ਲੈਣਾ, ਉਹ ਨਹੀਂ ਮਿਲੇਗਾ ਤੁਹਾਨੂੰ, ਕਿਉਂਕਿ ਉਹ ਪਰਮਾਰਥ ਦੇ ਰਸਤੇ ਵਿੱਚ ਆਉਂਦਾ ਹੈ। ਮਨ ਦਾ ਸਕੂਨ ਪਰਮਾਰਥ ਦੇ ਰਸਤੇ ਦੀ ਸਟੇਜ ਹੈ। ਹਾਂ, ਸੁੱਖ ਦੇ ਸਾਧਨ ਉਹ ਪਦਾਰਥ ਦੇ ਰਸਤੇ ਵਿੱਚ ਨੇ, ਉਹ ਤੁਸੀਂ ਖਰੀਦ ਸਕਦੇ ਹੋ। ਸੋ ਜਦੋਂ ਮਨੁੱਖ ਸੰਸਾਰੀ ਤੌਰ ਤੇ ਹਾਰ ਜਾਂਦਾ ਹੈ, ਇਹਨੂੰ ਸਮਝ ਪੈ ਜਾਂਦੀ ਹੈ ਕਿ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਕਿਸੇ ਨੂੰ ਇਹ ਸੋਝੀ ਛੇਤੀ ਆ ਜਾਂਦੀ ਹੈ, ਕਿਸੇ ਨੂੰ ਥੋੜੀ ਲੇਟ ਆਉਂਦੀ ਹੈ। ਤੇ ਜੇ ਮਨੁੱਖ ਦੀ ਭਾਗ ਲੜੀ ਕਮਜ਼ੋਰ ਹੋਵੇ, ਪੂਰਾ ਜੀਵਨ ਲੰਘ ਜਾਂਦਾ ਹੈ, ਅੰਤ ਤੱਕ ਇਹ ਸੋਝੀ ਨਹੀਂ ਆਉਂਦੀ ਕਿ ਕਰਤਾ ਕਰੇ ਸੋ ਹੋਏ। ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕੈ, ਜਿਉਂ ਭਾਵੇਂ ਤਿਵੇਂ ਬਖਸ਼। ਇਹ ਸੋਝੀ ਕਈ ਵਾਰ ਅੰਤ ਤੱਕ ਨਹੀਂ ਆਉਂਦੀ। ਸੋ ਪਰਮਾਰਥ ਦੇ ਰਸਤੇ ਤੁਰੇ ਹਾਂ। ਅਧਿਆਤਮਿਕ ਤੌਰ ਤੇ ਮਨ ਨੂੰ ਇਹ ਸੋਝੀ ਪ੍ਰਾਪਤ ਕਰਨ ਵਾਸਤੇ ਆਪਾਂ ਗੁਰੂ ਕੋਲ ਆਏ ਹਾਂ। ਸਤਿਗੁਰੂ ਜੀ ਦਾ ਸ਼ੁਕਰਾਨਾ ਕਰੀਏ, ਪਾਤਸ਼ਾਹ ਨੇ ਲਿਆ ਕੇ ਬਿਠਾਇਆ। ਆਓ ਪਾਵਨ ਸ਼ਬਦ ਮੁੱਖ ਵਾਕ ਦੀ ਵਿਚਾਰ ਵਿੱਚ ਜੁੜਨ ਤੋਂ ਪਹਿਲਾਂ ਆਪੋ ਆਪਣੀ ਮਨੋਵਿਰਤੀ ਇਕਾਗਰ ਕਰੋ। ਜਿੰਨੀਆਂ ਸੰਗਤਾਂ ਦੂਰ ਦਰੇਡੇ ਘਰਾਂ ਵਿਦੇਸ਼ਾਂ ਵਿੱਚ ਵੀ ਜੁੜੇ ਹੋ, ਧਿਆਨ ਧਰੋ ਸਤਿਗੁਰੂ ਜੀ ਦੇ ਚਰਨਾਂ ਦਾ। ਮਨ ਹਿਰਦੇ ਕਰਕੇ ਹਾਜ਼ਰੀ ਲਾਓ। ਇੱਕ ਵਾਰ ਪਿਆਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਫਿਰ ਆਖੋ ਜੀ, ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਗਰਭ ਗਹਿਲੜੋ ਮੂੜੜੋ ਹੀਓ ਰੇ। ਆਖੋ ਸਤਨਾਮ ਸ੍ਰੀ। ਗੱਜ ਕੇ ਆਖਿਆ ਕਰੋ, ਸਤਨਾਮ ਸ੍ਰੀ।
ਕਿਉਂਕਿ ਪਾਤਸ਼ਾਹ ਦਾ ਹੁਕਮ ਹੈ, ਆਪਾਂ ਨਾਲ ਨਾਲ ਯਾਦ ਰੱਖਣਾ ਹੈ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਕਹਿੰਦੇ ਹਿਰਦੇ ਨੂੰ। ਪਾਤਸ਼ਾਹ ਕਹਿੰਦੇ ਨੇ, ਹੇ ਭਾਈ, ਇਹ ਮੂਰਖ ਮਨੁੱਖ ਦਾ ਹਿਰਦਾ ਜਿਹੜਾ ਹੈ ਉਹ ਗਰਭ ਦੇ ਅੰਦਰ, ਹੰਕਾਰ ਦੇ ਅੰਦਰ, ਹਉਮੈ ਦੇ ਅੰਦਰ ਇੰਨਾ ਕੁ ਪਕੜ ਵਿੱਚ ਆ ਗਿਆ, ਗਹਿ ਵਿੱਚ ਆ ਗਿਆ ਕਿ ਉਹ ਮਨੁੱਖ ਬਾਵਰਾ ਹੋ ਜਾਂਦਾ। ਗਰਭ ਤੇ ਹੰਕਾਰ ਦੇ ਅੰਦਰ ਉਹਦਾ ਹਿਰਦਾ ਜਿਹੜਾ ਹੈ ਉਹ ਮੂਰਖ, ਗਰਭ ਹੰਕਾਰ ਦੇ ਅੰਦਰ ਪਾਗਲਾਂ ਦੀ ਤਰ੍ਹਾਂ ਹੋ ਜਾਂਦਾ। ਪੰਜਾਂ ਔਗਣਾਂ ਵਿੱਚੋਂ ਜਿਹਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕਹਿੰਦੇ ਨੇ, ਉਹਦੇ ਵਿੱਚ ਸਾਧ ਸੰਗਤ ਜਦੋਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਲੜੀ ਪੜੋਗੇ, ਅਹੰਕਾਰ ਜਿਹੜਾ ਹੈ ਉਹ ਸਭ ਤੋਂ ਲਾਸਟ ਉੱਤੇ ਆਉਂਦਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਅਹੰਕਾਰ, ਹਉਮੈ, ਗਰਭ ਜਿਹੜਾ ਹੈ ਉਹ ਸਾਧ ਸੰਗਤ ਸਭ ਤੋਂ ਲਾਸਟ ਉੱਤੇ, ਅਖੀਰ ਉੱਤੇ। ਤੁਸੀਂ ਵੇਖੋਗੇ ਕੋਈ ਵੀ ਚੀਜ਼ ਜਿਹੜੀ ਵਧੀਆ ਹੋਵੇ, ਤਾਕਤਵਰ ਹੋਵੇ, ਬਲਸ਼ਾਲੀ ਹੋਵੇ, ਜਾਂ ਜਿਹਦਾ ਪ੍ਰਭਾਵ ਜ਼ਿਆਦਾ ਪੈਂਦਾ ਹੋਵੇ, ਉਹਨੂੰ ਦੁਕਾਨਦਾਰ ਲਾਸਟ ਉੱਤੇ ਡਿਸਪਲੇ ਕਰਦਾ। ਪਹਿਲਾਂ ਦੂਜੀਆਂ ਚੀਜ਼ਾਂ ਵਿਖਾਉਂਦਾ ਹੈ, ਕਿਉਂਕਿ ਜੇ ਪਹਿਲਾਂ ਹੀ ਵਧੀਆ ਰਿਜੈਕਟ ਕਰ ਦਿੱਤੀ ਜਾਵੇ ਫਿਰ ਛੋਟੀਆਂ ਚੀਜ਼ਾਂ ਦਾ ਉਹ ਪ੍ਰਭਾਵ ਨਹੀਂ ਰਹੇਗਾ। ਸਭ ਤੋਂ ਲਾਸਟ ਉੱਤੇ ਅਹੰਕਾਰ ਹੈ। ਔਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਿਹਾ, ਹਉਮੈ ਜਿਹੜੀ ਹੈ ਉਹੀ ਤੇਰੇ ਜਨਮ ਤੇ ਮਰਨ ਦਾ ਮੂਲ ਕਾਰਨ ਹੈ। ਜਿਹੜੇ ਪਹਿਲੇ 4 ਔਗਣ ਨੇ ਉਹ ਸੰਗਤ ਵਿੱਚ ਆਉਣ ਨਾਲ ਛੇਤੀ ਮਿਟਣ ਦੀ ਸੰਭਾਵਨਾ ਹੈ, ਹਾਲਾਂਕਿ ਬਹੁਤ ਬਲਸ਼ਾਲੀ ਨੇ। ਪੰਜਾਂ ਨੂੰ ਬਹੁਤ ਬਲਸ਼ਾਲੀ ਕਿਹਾ ਪਾਤਸ਼ਾਹ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੁੱਝੈ, ਕੋਈ ਨਾ ਸੁਣੈ ਪੁਕਾਰਾ। ਮਨੁੱਖ ਦੀਆਂ ਕਾਮਨਾਵਾਂ, ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਇਹ 4 ਵੀ ਬਹੁਤ ਬਲਸ਼ਾਲੀ ਨੇ। ਪਰ 4 ਤੋਂ ਅਖੀਰ ਉੱਤੇ ਜਿਵੇਂ ਸਾਰੇ ਪਹਿਲਵਾਨ ਪਹਿਲਾਂ ਘੁਲ ਲੈਣ ਤੇ ਅਖੀਰ ਉੱਤੇ ਪੱਟ ਕੇ ਉੱਤੇ ਉਹ ਬਿਠਾਇਆ ਜਾਂਦਾ ਹੈ ਜਿਹੜਾ ਸਭ ਤੋਂ ਜ਼ਿਆਦਾ ਬਲਸ਼ਾਲੀ ਹੋਵੇ। ਪਟਕੇ ਦੀ ਘੋਲ ਉਹਦੀ ਹੁੰਦੀ ਜਿਹੜਾ ਸਭ ਤੋਂ ਜ਼ਿਆਦਾ ਤਕੜਾ ਪਹਿਲਵਾਨ ਹੋਵੇ। ਸਭ ਤੋਂ ਅਖੀਰ ਉੱਤੇ ਉਹ ਟੀਮਾਂ ਖਿਡਾਈਆਂ ਜਾਂਦੀਆਂ ਨੇ ਜਿਹੜੀਆਂ ਸਾਧ ਸੰਗਤ ਦੂਜਿਆਂ ਨੂੰ ਜਿੱਤ ਕੇ ਅਖੀਰ ਤੇ ਖੜੀਆਂ ਨੇ, ਬਹੁਤ ਤਕੜੀਆਂ, ਬਲਸ਼ਾਲੀ ਨੇ। ਇਸ ਤਰ੍ਹਾਂ ਪਾਤਸ਼ਾਹ ਨੇ ਕਿਹਾ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਇਹ ਆਤਮਾ, ਤੇਰੇ ਜਨਮ ਤੇ ਮਰਨ ਦਾ ਮੂਲ ਕਾਰਨ ਹੀ ਹੰਕਾਰ ਹੈ। ਉਹਦੇ ਕਰਕੇ ਤੂੰ ਵਾਰ-ਵਾਰ ਜਨਮ ਮਰਨ ਵਿੱਚ ਆ ਰਿਹਾ। ਇਹ ਅਸਥੂਲ ਰੂਪ ਵਿੱਚ ਵੀ ਹੈ ਹਉਮੈ, ਸੂਖਮ ਰੂਪ ਵਿੱਚ ਵੀ ਹੈ। ਕਈ ਵਾਰ ਅਸਥੂਲ ਰੂਪ ਵਿੱਚ ਬਾਹਰੋਂ ਬੰਦਾ ਹਉਮੈ ਨੂੰ ਛੱਡ ਦਿੰਦਾ ਹੈ, ਉਹਦੇ ਅੱਖਰਾਂ ਵਿੱਚ ਨਿਮਰਤਾ ਆ ਜਾਂਦੀ। ਉਹ ਬਾਹਰੋਂ ਕਹਿ ਸਕਦਾ ਹੈ ਜੀ ਸਾਰਿਆਂ ਦੀ ਚਰਨ ਧੂੜ ਆ, ਅਸੀਂ ਤਾਂ ਦਾਸ ਹੁੰਨੇ ਆ, ਪਰ ਕਈ ਵਾਰ ਦਾਸ ਕਹਿਣ ਵਿੱਚ ਵੀ ਸੂਖਮ ਹਉਮੈ, ਜਿਹਨੂੰ ਇੰਗਲਿਸ਼ ਵਿੱਚ ਈਗੋ ਕਹਿੰਦੇ ਹੋ, ਅਹੰਕਾਰ, ਹਉਮੈ, ਗਰਭ। ਅਸਲ ਵਿੱਚ ਸਾਧ ਸੰਗਤ ਤੋਂ ਮਨੁੱਖ ਦੇ ਮਨ ਦਾ ਆਪਣਾ ਬਣਾਇਆ ਹੋਇਆ ਵਜੂਦ ਹੈ, ਆਪਣਾ ਇੱਕ ਕੀਤਾ ਹੋਇਆ, ਉਹ ਘੜਿਆ ਹੋਇਆ ਆਪਣਾ ਹੀ ਸਰੂਪ ਹੈ। ਜਦੋਂ ਉਹਦੇ ਮੁਤਾਬਕ ਉਹਨੂੰ ਸੰਸਾਰ ਦੇ ਅੰਦਰ ਰਿਸਪੈਕਟ ਨਹੀਂ ਮਿਲਦੀ, ਉਹਦੇ ਅੰਦਰ ਉਹ ਚੀਜ਼ ਚੁੱਭਦੀ ਹੈ। ਜਿਹਨੂੰ ਸਾਹਿਬ ਕਹਿੰਦੇ ਨੇ ਹਉਮੈ ਕੰਡੇ ਦੇ ਰੂਪ ਵਿੱਚ ਚੁੱਭਦਾ ਹੈ। ਕਾਮ, ਕ੍ਰੋਧ, ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕੱਢਣ ਡੌਤ ਪੁੰਨ ਵੱਡਾ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਫਿਰ ਉਹ ਕੰਡਾ ਕਿੱਥੇ ਚੁੱਭਦਾ? ਜਿਉਂ ਜਿਉਂ ਚਲੇ ਚੁੱਭੈ ਦੁੱਖ ਪਾਵੇਂ। ਜਿਵੇਂ ਜੁੱਤੀ ਵਿੱਚ ਕੋਈ ਮੇਖ ਚੁੱਭ ਜਾਏ, ਕੋਈ ਕੰਡਾ ਲੱਗ ਜਾਏ, ਜਿਵੇਂ ਜਿਵੇਂ ਬੰਦਾ ਚੱਲਦਾ, ਜੇ ਪੈਰ ਵਿੱਚ ਵੀ ਕੰਡਾ ਵੱਜਾ ਹੋਵੇ ਉਦੋਂ ਹੀ ਚੁੱਭਦਾ ਜਦੋਂ ਤੁਰਦਾ। ਇਸ ਤਰ੍ਹਾਂ ਸੰਸਾਰ ਵਿੱਚ ਜਿਵੇਂ ਜਿਵੇਂ ਆਪਾਂ ਤੁਰਾਂਗੇ, ਉਹ ਹਉਮੈ ਅਹੰਕਾਰ ਆਪਾਂ ਨੂੰ ਪਿੰਚ ਕਰਦਾ ਹੈ। ਔਰ ਪਾਤਸ਼ਾਹ ਨੇ ਕਿਹਾ, ਕਈ ਵਾਰ ਹੰਕਾਰ ਵਿੱਚ, ਹਉਮੈ ਵਿੱਚ ਇਹ ਜਿਹੜਾ ਹਿਰਦਾ ਹੈ ਮੂਰਖ ਹੋ ਜਾਂਦਾ ਹੈ। ਹੰਕਾਰ ਦੇ ਅੰਦਰ, ਗਰਭ ਦੇ ਅੰਦਰ ਇਹ ਪਾਗਲਾਂ ਦੀਆਂ ਤਰ੍ਹਾਂ ਹਰਕਤ ਕਰਦਾ ਹੈ, ਦੂਜਿਆਂ ਨਾਲ ਵੈਰ ਵਧਾਉਂਦਾ ਹੈ, ਈਰਖਾ ਕਰਦਾ ਹੈ। ਔਰ ਮਨੁੱਖ ਆਪਣੀ ਹਉਮੈ ਦੇ ਅੰਦਰ ਇੰਨਾ ਗਰਕ ਜਾਂਦਾ ਹੈ, ਇਹਨੂੰ ਸੰਸਾਰੀ ਤੌਰ ਤੇ ਦੂਜੇ ਲੋਕ ਦੁਸ਼ਮਣ ਦਿਸਣ ਲੱਗ ਪੈਂਦੇ। ਇਹਨੂੰ ਰੱਬ ਨਹੀਂ ਨਜ਼ਰ ਆਉਂਦਾ, ਹਰ ਬੰਦੇ ਨਾਲ ਈਰਖਾ ਕਰਨ ਲੱਗ ਪੈਂਦਾ ਹੈ। ਹਉਮੈ ਕਿਸ ਤਰ੍ਹਾਂ ਦੀ ਚੀਜ਼ ਹੈ?
ਸਾਧ ਸੰਗਤ ਜਿਹਦੇ ਅੰਦਰ ਪ੍ਰਵੇਸ਼ ਕਰਦਾ ਹੈ, ਉਹਨੂੰ ਸਾਹਮਣੇ ਮਾਫ ਕਰਿਓ, ਭਾਵੇਂ ਕੋਈ ਰੱਬ ਵਿੱਚ ਸਮਾਇਆ ਸੰਤ ਵੀ ਉਹਦੇ ਸਾਹਮਣੇ ਲਿਆ ਦਿਓ, ਉਹਨੂੰ ਸੰਤ ਵਿੱਚੋਂ ਵੀ ਸੰਤ ਨਜ਼ਰ ਨਹੀਂ ਆਏਗਾ। ਉਹਦੇ ਅੰਦਰੋਂ ਅਹੰਕਾਰ ਝਲਕਦਾ ਹੈ, ਉਹ ਕਿਸੇ ਦੀ ਰਿਸਪੈਕਟ ਨਹੀਂ ਕਰੇਗਾ, ਉਹਦੇ ਅੰਦਰ ਕਿਸੇ ਦੀ ਇੱਜ਼ਤ ਰਿਸਪੈਕਟ ਸਤਿਕਾਰ ਨਹੀਂ ਰਹੇਗਾ। ਸੱਚੇ ਪਾਤਸ਼ਾਹ ਨੇ ਕਿਹਾ ਹਉਮੈ ਵੀ ਮਾਇਆ ਹੈ, ਇਹ ਅਕਾਲ ਪੁਰਖ ਰੱਬ ਦੀ ਬਣਾਈ ਹੋਈ ਹੈ। ਹਿਓ ਮਹਾਰਾਜ ਰੀ ਮਾਇਓ, ਕਹਿੰਦੇ ਇਹ ਜਿਹੜੀ ਮਾਇਆ ਹੈ ਉਸ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੀ ਹੈ, ਜਿਹਦੇ ਅੰਦਰ ਇਹ ਹਿਰਦਾ ਜਿਹੜਾ ਹੈ ਇਸ ਤਰ੍ਹਾਂ ਫਸਿਆ ਹੋਇਆ ਹੈ। ਡੀਹਰ ਨਿਆਈ ਮੋਹਿ ਫਾਕੇ ਓਰੇ, ਡੀਹਰ ਕਹਿੰਦੇ ਨੇ ਉਹ ਮੱਛੀ ਦੀ ਤਰ੍ਹਾਂ, ਜਿਵੇਂ ਮੱਛੀ ਕੁੰਡੀ ਵਿੱਚ ਇੱਕ ਮਾਸ ਦੇ ਛੋਟੇ ਜਿਹੇ ਟੁਕੜੇ ਦੇ ਲਾਲਚ ਵਸ ਉਹਨੂੰ ਮੂੰਹ ਮਾਰਦੀ ਹੈ, ਕੁੰਡੀ ਵਿੱਚ ਫਸ ਜਾਂਦੀ ਹੈ, ਫਿਰ ਉਹੀ ਉਹਦੀ ਮੌਤ ਦਾ ਕਾਰਨ ਬਣਦਾ ਹੈ। ਇੱਦਾਂ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਦੇ ਪਦਾਰਥਾਂ ਦੀ ਹਉਮੈ ਜਿਹੜੀ ਹੈ ਇਸ ਹਿਰਦੇ ਨੂੰ ਜਦੋਂ ਵਿਆਪ ਗਈ, ਉਹ ਇਸ ਤਰ੍ਹਾਂ ਉਹਨੂੰ ਪਕੜ ਵਿੱਚ ਖਿੱਚ ਕੇ ਮੋਹ ਵਿੱਚ ਲੈ ਲੈਂਦੀ ਹੈ, ਜਿਵੇਂ ਮੱਛੀ ਫਸੀ ਹੋਈ ਹੋਵੇ। ਜਿਵੇਂ ਮੱਛੀ ਵਾਸਤੇ ਉਹ ਜਾਲ ਜਿਹੜਾ ਹੈ, ਛੋਟੇ ਜਿਹੇ ਮਾਸ ਦਾ ਕੁੰਡੀ ਜਿਹੜੀ ਹੈ, ਮਾਸ ਦਾ ਟੁਕੜਾ ਹੈ, ਉਹਦੀ ਮੌਤ ਦਾ ਕਾਰਨ ਬਣਦਾ ਹੈ, ਦੁੱਖ ਤੇ ਤੜਫਣ ਦਾ ਕਾਰਨ ਬਣਦਾ ਹੈ। ਇੱਦਾਂ ਹਉਮੈ ਦਾ ਮੋਹ ਜਿਹੜਾ ਹੈ ਪਾਤਸ਼ਾਹ ਕਹਿੰਦੇ ਹਿਰਦੇ ਦੀ ਤੜਫਣਾ ਦਾ ਕਾਰਨ ਬਣਿਆ ਹੈ। ਰਹਾਉ ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰ ਰਹੇ ਹਨ। ਘਣੋ 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 ਸਦ ਲੋੜੈ, ਕਹਿੰਦੇ ਫਿਰ ਜਿਹੜਾ ਹਉਮੈ ਵਿੱਚ ਹਿਰਦਾ ਫਸਿਆ ਹੋਇਆ ਹੈ ਉਹ ਕੀ ਲੱਭਦਾ ਹੈ? ਉਹਨੂੰ ਸ਼ਾਂਤੀ ਨਹੀਂ ਆ ਸਕਦੀ। ਘਣੋ 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 ਸਦ ਲੋੜ ਹੈ, ਉਹ ਬਹੁਤ ਜ਼ਿਆਦਾ ਹੋਰ ਧਨ ਮੰਗਦਾ, ਹੋਰ ਮੰਗਦਾ। ਉਹਨੂੰ ਕਿਸੇ ਅਹੁਦੇ ਤੇ ਬਿਠਾ ਦਿਓ, ਉਹਨੂੰ ਸਕੂਨ ਨਹੀਂ ਆ ਸਕਦਾ, ਉਹ ਤੋਂ ਅੱਗੇ ਦੇਖਣ ਲੱਗ ਪੈਂਦਾ। ਪਾਤਸ਼ਾਹ ਨੇ ਕਿਹਾ ਇਹ ਮਾਇਆ ਉਹ ਚੀਜ਼ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਗੰਧ ਉੱਤੇ ਬਹਿਣ ਵਾਲੀ ਮੱਖੀ ਹੈ। ਹੁਣ ਜਿਹੜੀ ਮੱਖੀ ਹੈ ਉਹ ਇੱਕ ਜਗ੍ਹਾ ਤੇ ਟਿਕਦੀ ਨਹੀਂ। ਦੋ ਤਰ੍ਹਾਂ ਦੀਆਂ ਮੱਖੀਆਂ ਦਾ ਜ਼ਿਕਰ ਆਇਆ, ਇੱਕ ਮੱਖੀ ਗੰਧ ਤੇ ਬਹਿਣ ਵਾਲੀ ਹੈ, ਇੱਕ ਫੁੱਲਾਂ ਤੇ ਬਹਿਣ ਵਾਲੀ ਹੈ। ਉਹ ਵੀ ਮੱਖੀ, ਉਹ ਫੁੱਲਾਂ ਦਾ ਰਸ ਚੂਸਦੀ ਹੈ ਔਰ ਘੰਟਿਆਂ ਬੱਧੀ ਉਸ ਫੁੱਲ ਤੇ ਬਹਿੰਦੀ ਹੈ, ਫਿਰ ਉਹਨੂੰ ਇੱਕ ਅੱਧ ਤੁਪਕਾ ਰਸ ਦਾ ਪ੍ਰਾਪਤ ਹੁੰਦਾ ਹੈ। ਇੱਦਾਂ ਸਾਧ ਸੰਗਤ ਜਿਹੜੀ ਆਤਮਾ ਵਾਹਿਗੁਰੂ ਦੇ ਨਾਮ ਦੇ ਪਿਆਰ ਵੱਲ, ਪ੍ਰੇਮ ਵੱਲ ਪਿਆਸ ਰੱਖ ਕੇ ਤੁਰ ਪਈ, ਉਹ ਘੰਟਿਆਂ ਬੱਧੀ ਰੱਬ ਦੀ ਯਾਦ ਵਿੱਚ ਬਹਿੰਦੇ ਨੇ, ਉਹਨਾਂ ਨੂੰ ਰਸ ਪ੍ਰਾਪਤ ਹੁੰਦਾ ਹੈ। ਉਹ ਸੰਸਾਰ ਵਿੱਚ ਉਹਨਾਂ ਕੋਲ ਬਹਿੰਦੇ ਨੇ ਜਿੱਥੋਂ ਕੋਈ ਗੁਣ ਮਿਲੇ। ਤੇ ਜਿਹੜੀ ਮੱਖੀ ਗੰਧ ਤੇ ਬਹਿਣ ਵਾਲੀ ਹੈ, ਉਹਨੂੰ ਪਾਤਸ਼ਾਹ ਨੇ ਕਿਹਾ ਥਾਂ ਥਾਂ ਤੇ ਭਟਕਦੀ ਹੈ। ਤੁਸੀਂ ਕਦੇ ਵੇਖੋਗੇ ਉਹ ਭਿਣਕਦੀ ਰਹਿੰਦੀ ਹੈ, ਇੱਕ ਪਲ ਇੱਥੇ ਦੂਜੇ ਪਲ ਉੱਥੇ, ਟਿਕਾਓ ਨਹੀਂ ਹੈ। ਇਸੇ ਲਈ ਪਾਤਸ਼ਾਹ ਨੇ ਜਿਹੜੀ ਹਉਮੈ ਹੰਕਾਰ ਵਿੱਚ ਗ੍ਰਸੀ ਹੋਈ ਇਹਨੂੰ ਮਾਇਆ ਦਾ ਰੂਪ ਦੱਸਿਆ। ਇਸ ਮਾਇਆ ਨੂੰ ਪਾਤਸ਼ਾਹ ਨੇ ਕਿਹਾ ਮੱਖੀ ਰਾਮ ਕੀ ਤੂੰ ਮੱਖੀ। ਅੱਜ ਵੀ ਮਹਾਰਾਜ ਕਹਿੰਦੇ ਇਹ ਮਹਾਰਾਜ ਦੀ ਅਕਾਲ ਪੁਰਖ ਰੱਬ ਦੀ ਮਾਇਆ ਹੈ ਭਾਈ। ਮੱਖੀ ਰਾਮ ਕੀ ਤੂੰ ਮੱਖੀ, ਮਹਾਂ ਵਿਖਿਆ ਦੁਰਗੰਧ ਤੈ ਵਸਿਓ। ਜਿੱਥੇ ਬਹੁਤ ਜ਼ਿਆਦਾ ਵਿਖਿਆ ਜ਼ਹਿਰ ਗੰਦਗੀ ਦੁਰਗੰਧ ਹੋਵੇ ਉੱਥੇ ਜਾ ਕੇ ਬਹਿੰਦੀ ਹੈ। ਔਰ ਫਿਰ ਮਹਾਂ ਵਿਖਿਆ ਤੈ ਚੱਖੀ, ਬਹੁਤ ਜ਼ਿਆਦਾ ਘਣੀ ਜ਼ਹਿਰ ਗੰਦਗੀ ਜਿੱਥੇ ਜ਼ਿਆਦਾ ਹੈ ਉੱਧਰ ਜ਼ਿਆਦਾ ਵੱਧਦੀ ਹੈ। ਇਸ ਤਰ੍ਹਾਂ ਦੀ ਮਾਇਆ ਹੈ। ਜਿਨ੍ਹਾਂ ਕੋਲ ਤੁਸੀਂ ਵੇਖੋਗੇ ਕਈ ਵਾਰ ਮਾਇਆ ਧਾਰੀਆਂ ਕੋਲ ਜ਼ਿਆਦਾ ਮਾਇਆ ਆ ਰਹੀ ਹੈ, ਕਿਉਂਕਿ ਜਿੱਧਰਲੇ ਪਾਸੇ ਗੰਧ ਹੈ ਉਧਰ ਨੂੰ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਮਾਇਆ ਦੀ ਖਿੱਚ ਉਧਰ ਹੈ। ਅੱਗੇ ਪਾਤਸ਼ਾਹ ਨੇ ਉੱਥੇ ਬਚਨ ਕਿਹਾ ਸ਼ਬਦ ਵਿੱਚ, ਕਹਿੰਦੇ ਇੱਕ ਖਿੰਨ ਵੀ ਉਹ ਮਾਇਆ ਟਿਕਦੀ ਨਹੀਂ ਹੈ, ਰਹਿਣ ਨਾ ਪਾਵੇ ਇੱਕ ਖਿੰਨ ਵੀ, ਪਲ ਵਾਸਤੇ ਵੀ ਇਹ ਮਾਇਆ ਟਿਕਣ ਵਾਲੀ ਨਹੀਂ। ਭਾਈ ਇਹ ਕਿਸੇ ਵਿਰਲੇ ਨੂੰ ਅੱਖਾਂ ਨਾਲ ਨਜ਼ਰ ਪੈਂਦੀ ਹੈ ਕਿ ਜੋ ਕੁਝ ਮਿਲਿਆ ਉਹ ਟਿਕਣ ਵਾਲਾ ਨਹੀਂ। ਮੇਰੇ ਤੋਂ ਪਹਿਲਾਂ ਹੀ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਏ, ਜਿਹੜੀਆਂ ਚੀਜ਼ਾਂ ਮੇਰੇ ਕੋਲੋਂ ਪਹਿਲਾਂ ਕਈਆਂ ਕੋਲ ਹੋ ਕੇ ਆਈਆਂ ਨੇ। ਜਿਹੜੀ ਜ਼ਮੀਨ ਮੇਰੇ ਕੋਲ ਹੈ ਉਹ ਕਿਸੇ ਕੋਲੋਂ ਪਹਿਲਾਂ ਕਾਗਜ਼ਾਂ 'ਚ ਹੋ ਕੇ ਆਈ ਹੈ। ਜਿਹੜਾ ਅਹੁਦਾ ਤੇਰੇ ਕੋਲ ਹੈ ਇੱਥੇ ਪਹਿਲਾਂ ਕਈ ਵਹਿ ਗਏ ਨੇ। ਔਰ ਸਾਧ ਸੰਗਤ ਸ਼ਾਇਦ ਮਨੁੱਖ ਨੂੰ ਸਮਝ ਨਹੀਂ ਪੈਂਦੀ, ਇਹ ਅੰਦਰ ਦੀ ਹਉਮੈ ਕਰਕੇ ਹੈ। ਸਾਹਮਣੇ ਤੁਹਾਡੇ ਉਹੀ ਅੱਖਰ ਲਿਖੇ ਹੁੰਦੇ ਨੇ। ਜੇ ਸੁਰਤੀ ਰੱਬ ਵੱਲ ਹੋਵੇ ਅਰਥ ਹੋਰ ਹੋਣਗੇ, ਜੇ ਸੁਰਤ
ਪਦਾਰਥ ਵੱਲ ਹੋਵੇ ਅਰਥ ਬਦਲ ਜਾਣਗੇ। ਅੱਖਰ ਇੱਕੋ ਹੀ ਹੋਣਗੇ। ਜੇ ਸੁਰਤ ਪਰਮਾਰਥ ਵੱਲ ਹੈ ਅਰਥ ਹੋਰ ਦਿਸਣਗੇ, ਜੇ ਸੁਰਤ ਪਦਾਰਥ ਵੱਲ ਹੈ ਅਰਥ ਹੋਰ ਦਿਸਣਗੇ, ਜੇ ਸੁਰਤ ਮਾਇਆ ਵੱਲ ਹੈ ਅਰਥ ਹੋਰ ਨੇ, ਜੇ ਸੁਰਤ ਮਦ ਵੱਲ ਰੱਬ ਵੱਲ ਹੈ ਅਰਥ ਹੋਰ ਹੋਣਗੇ। ਕਿਵੇਂ? ਕੋਈ ਬਹੁਤ ਵੱਡੇ ਅਹੁਦੇ ਤੇ ਬੈਠੇ ਤੁਸੀਂ ਅਕਸਰ ਵੇਖਿਓ, ਬਿਲਕੁਲ ਉਹਦੀ ਸੀਟ ਕੁਰਸੀ ਜਿਹੜੀ ਵੱਡੀ ਰੱਖੀ ਹੁੰਦੀ ਨਾ ਦਫ਼ਤਰ 'ਚ, ਉਹਦੀ ਕੁਰਸੀ ਸੀਟ ਦੇ ਪਿੱਛੇ ਇੱਕ ਵੱਡਾ ਬੋਰਡ ਲੱਗਾ ਹੁੰਦਾ ਹੈ, ਉਹਦੇ ਉੱਤੇ 1 ਤੋਂ ਲੈ ਕੇ 2 3 4 5 6 ਬੰਦਿਆਂ ਦੇ ਨਾਮ ਲਿਖੇ ਨੇ, ਸਨ ਲਿਖਿਆ। ਉਹ ਕੀ ਲਿਖਿਆ ਵੀ ਇੰਨੇ ਸਨ ਤੋਂ ਇੰਨੇ ਸਨ ਤੱਕ ਫਲਾਨਾ ਇਸ ਕੁਰਸੀ ਤੇ ਰਿਹਾ, ਇੰਨੇ ਸਨ ਤੋਂ ਇੰਨੇ ਸਨ ਮਹੀਨੇ ਤੱਕ ਫਲਾਨਾ ਸਰਦਾਰ ਜੀ ਇਸ ਕੁਰਸੀ ਤੇ ਰਿਹਾ, ਇੰਨੇ ਸਨ ਤੋਂ ਇੰਨੇ ਸਨ ਤੱਕ ਫਲਾਨਾ ਰਿਹਾ। ਅਖੀਰ ਤੇ ਫਿਰ ਜਿਹੜਾ ਮੌਜੂਦਾ ਬੰਦਾ ਹੈ ਉਹਦਾ ਨਾਮ ਲਿਖਿਆ। ਜੇ ਤਾਂ ਸੁਰਤੀ ਪਰਮਾਰਥ ਵੱਲ ਹੈ ਫਿਰ ਤਾਂ ਆਪਣਾ ਨਾਮ ਪੜ੍ਹ ਕੇ ਪਹਿਲਾਂ ਉੱਪਰਲਿਆਂ ਦਾ ਪੜ੍ਹਦਾ ਹੈ, ਉਹ ਜਿਹੜੇ ਮੇਰੇ ਤੋਂ ਪਹਿਲਾਂ ਰਹੇ ਨੇ ਉਹ ਇੱਥੇ ਪੱਕੇ ਨਹੀਂ ਰਹੇ, ਮੈਨੂੰ ਵੀ ਇੱਕ ਦਿਨ ਇੱਥੇ ਸਾਬਕਾ ਲਿਖ ਦੇਣੇ, ਫਿਰ ਤਾਂ ਉਹ ਬਹਿਣ ਲੱਗਿਆ ਰੱਬ ਦਾ ਕਰਦਾ ਸ਼ੁਕਰ। ਤੇ ਜੇ ਸੁਰਤੀ ਮਾਇਆ ਵੱਲ ਹੈ ਉਹ ਦੂਜਿਆਂ ਦਾ ਨਾਮ ਹੀ ਨਹੀਂ ਪੜ੍ਹਦਾ, ਪਹਿਲਾਂ ਆਪਣਾ ਪੜ੍ਹਦਾ ਵੀ ਮੇਰਾ ਲਿਖਿਆ। ਔਰ ਦੂਜਿਆਂ ਨਾਲ ਕਈ ਵਾਰ ਗੁਨਾਹ ਕਰਨ ਲੱਗ ਪੈਂਦਾ ਵੀ ਕਿਹਦੇ ਨਾਲੋਂ ਮੈਂ ਵੱਧ ਟਾਈਮ ਲਾਇਆ, ਕਿਹਦੇ ਨਾਲੋਂ ਜ਼ਿਆਦਾ ਸਮਾਂ ਮੈਂ ਇਸ ਕੁਰਸੀ ਤੇ ਬੈਠਾ। ਉਹ ਇਸੇ ਹਉਮੈ ਹੰਕਾਰ ਵਿੱਚ ਰਹਿੰਦਾ। ਪਾਤਸ਼ਾਹ ਕਹਿੰਦੇ ਨੇ ਅੱਖਰ ਉਹੀਓ ਹੈ, ਉਹ ਭਾਈ ਇਸ ਸੁਰਤੀ ਤੇ ਡਿਪੈਂਡ ਹੈ, ਜਿਹਦੇ ਅੰਦਰੋਂ ਭਾਵ ਗੁਰੂ ਨੇ ਭਾਵਨਾ ਪੈਦਾ ਕਰ ਦਿੱਤੀ, ਉੱਪਰੋਂ ਪੜਦਾ ਆਉਂਦਾ ਦਾਤਿਆ ਪਹਿਲਾਂ ਜਿਹੜੇ ਬਹਿ ਗਏ ਨੇ ਉਹ ਨਹੀਂ ਰਹੇ, ਮੈਨੂੰ ਸੇਵਾ ਬਖਸ਼ੀ ਹੈ, ਕਿਰਪਾ ਕਰਕੇ ਕਰਾ ਲਿਓ। ਸੁਰਤੀ ਹੈ। ਪਾਤਸ਼ਾਹ ਨੇ ਬਚਨ ਕਹੇ, ਇੱਕ ਖਿੰਨ ਵੀ ਇਹ ਚੀਜ਼ ਮਾਇਆ ਟਿਕਣ ਵਾਲੀ ਨਹੀਂ। ਭਾਈ ਦੁਨੀਆ ਦੇ ਲੋਕੋ, ਇਹ ਮਾਇਆ ਅਕਾਲ ਪੁਰਖ ਰੱਬ ਦੀ ਬਣਾਈ ਹੋਈ ਮੱਖੀ ਦੀ ਨਿਹਾਈ ਹੈ, ਇਹ ਬਦਲਦੀ ਰਹਿੰਦੀ ਹੈ। ਅੱਜ ਪਾਤਸ਼ਾਹ ਨੇ ਬਚਨ ਕਹੇ, ਮਾਇਆ ਹਉਮੈ ਹੰਕਾਰ ਅੰਦਰ ਗ੍ਰਸਿਆ ਹਿਰਦਾ, ਉਹ ਹੋਰ ਹੋਰ ਲੱਭਦਾ, ਹੋਰ ਅੱਗੇ ਮਿਲ ਜਾਏ, ਹੋਰ ਮਿਲ ਜਾਏ, ਪਰ ਉਹਨੂੰ ਜੀਵਨ ਵਿੱਚ ਸਕੂਨ ਨਹੀਂ ਮਿਲਦਾ। ਘਣੋ 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 ਸਦ ਲੋੜ ਹੈ। ਕਹਿੰਦੇ ਨੇ ਇੱਕ ਲੱਕੜ ਹਾਰੇ ਤੇ ਤਰਸ ਆ ਗਿਆ ਸਾਧੂ ਨੂੰ, ਉਹ ਰੋਜ਼ ਲੱਕੜਾਂ ਵੱਢਦਾ ਤੇ ਸਾਧੂ ਉੱਥੇ ਚੁੰਗੀ 'ਚ ਰਹਿੰਦਾ। ਉਹਨ ਕਾ ਵਿਚਾਰਾ ਰੋਜ਼ ਵੱਢਣ ਆਉਂਦਾ, ਇਹਦਾ ਮਤਲਬ ਇਹਦਾ ਗ੍ਰਸਤ ਦਾ ਗੁਜਰਾਨ ਪੂਰਾ ਨਹੀਂ ਪੈਂਦਾ। ਸਾਧੂ ਨੇ ਤਰਸ ਕਰਕੇ ਕਿਹਾ ਵੀ ਥੋੜਾ ਅੱਗੇ ਵੀ ਜਾਇਆ ਕਰ, ਇੱਥੋਂ ਵੱਢ ਕੇ ਮੁੜ ਜਾਂਦਾ। ਉਹਨੇ ਕਿਹਾ ਜੀ ਅੱਗੇ ਕੀ ਹੈ? ਕਹਿੰਦੇ ਹੋ ਸਕਦਾ ਤੈਨੂੰ ਜ਼ਿਆਦਾ ਮਿਲ ਜਾਏ। ਉਹਨੇ ਸਾਧੂ ਜਾਣ ਕੇ ਬਚਨ ਮੰਨ ਲਿਆ, ਅੱਗੇ ਚਲਾ ਗਿਆ। ਉਹਨੂੰ ਲੱਕੜ ਅੱਗੇ ਆਮ ਮਿਲਦੀ ਸੀ, ਹੁਣ ਉਹਨੂੰ ਸਾਧ ਸੰਗਤ ਬਿਹਾਰ ਦੀ ਲੱਕੜ ਮਿਲਣ ਲੱਗ ਪਈ, ਵਧੀਆ ਲੱਕੜ ਮਿਲਣ ਲੱਗ ਪਈ, ਉਹ ਮਹਿੰਗੀ ਵਿਕਦੀ ਹੈ, ਥੋੜੇ ਪੈਸੇ ਜੋੜਨ ਲੱਗ ਪਏ। ਸਾਧੂ ਨੇ ਫਿਰ ਥੋੜੇ ਦਿਨਾਂ ਬਾਅਦ ਵੇਖਿਆ, ਕਹਿੰਦਾ ਇੱਥੇ ਰੁਕ ਗਿਆ, ਥੋੜਾ ਹੋਰ ਅੱਗੇ ਜਾਇਆ ਕਰ, ਤੈਨੂੰ ਕਿ ਅੱਗੇ ਜਾ, ਜੇ ਕੁਝ ਲੈਣਾ ਅੱਗੇ ਜਾ। ਅੱਗੇ ਚਲਾ ਗਿਆ। ਜਦੋਂ ਕਿਲੋਮੀਟਰ ਹੋਰ ਅੱਗੇ ਜੰਗਲ ਵਿੱਚ ਗਿਆ, ਉਹਨੂੰ ਦਰਖਤ ਲੱਕੜ ਜਿਹੜੀ ਚੰਦਨ ਦੀ ਲੱਭ ਗਈ। ਹੁਣ ਤੇ ਬੜਾ ਅਮੀਰ ਹੋ ਗਿਆ, ਚੰਦਨ ਦੀ ਲੱਕੜ ਲੱਭ ਗਈ, ਅਮੀਰ ਹੋ ਗਿਆ, ਘਰ ਕੋਠੀ ਬਣ ਗਈ, ਵਧੀਆ ਹੋ ਗਿਆ। ਹੁਣ ਕਦੇ ਕਦੇ ਆਉਂਦਾ, ਵੱਢ ਕੇ ਲੈ ਜਾਂਦਾ। ਸਾਧੂ ਨੇ ਫਿਰ ਉਹਨੂੰ ਵੇਖ ਕੇ ਕਿਹਾ, ਭਲਿਆ ਫਿਰ ਤੂੰ ਸ਼ਾਇਦ ਕਿਤੇ ਰੁਕ ਗਿਆ, ਤੈਨੂੰ ਕਿਹਾ ਸੀ ਹੋਰ ਅੱਗੇ ਜਾ ਜੇ ਕੁਝ ਲੈਣਾ। ਉਹਨੇ ਕਿਹਾ ਬਾਬਾ ਮੈਂ ਬੜਾ ਅਮੀਰ ਹੋ ਗਿਆ, ਅੱਗੇ ਕੀ ਹੈ? ਕਹਿਣ ਲੱਗੇ ਹੋਰ ਖਜ਼ਾਨਾ ਹੋ ਸਕਦਾ ਹੈ। ਸਮਝਾਉਣ ਵਾਲਾ ਲਿਖਣ ਵਾਲਾ ਲੇਖਕ ਲਿਖਦਾ, ਕਹਿੰਦਾ ਉਹ ਥੋੜੇ ਹੋਰ ਅੱਗੇ ਗਿਆ, ਹੀਰੇ ਮੋਤੀ ਮਿਲ ਗਏ, ਹੁਣ ਅਰਬਾਂਪਤੀ ਹੋ ਗਿਆ। ਹੁਣ ਕਦੇ ਜੰਗਲ ਵਿੱਚ ਆਉਣ ਦੀ ਲੋੜ ਹੀ ਨਹੀਂ ਪਈ। ਹੁਣ ਉਹਦੀ ਮਾਇਆ ਜਿੱਥੇ ਸੰਸਾਰ 'ਚ ਰਹਿੰਦਾ ਉਹੀ ਜੰਗਲ ਬਣ ਗਿਆ। ਮੋਹ ਮਾਇਆ ਵਿੱਚ ਹੀ ਗਲਤਾਨ। ਇੱਕ ਦਿਨ ਸਾਧੂ ਉਹਦੀ ਜ਼ੋਰੀ ਦੇ ਹੱਟ ਤੇ ਆਉਂਦਾ, ਉਹ ਕਹਿੰਦਾ ਭਲਿਆ ਹੁਣ ਤੂੰ ਇੱਥੇ ਰੁਕ ਗਿਆ, ਤੈਨੂੰ ਕਿਹਾ ਸੀ ਹੋਰ ਅੱਗੇ ਜਾ। ਉਹਨੇ ਕਿਹਾ ਬਾਬਾ ਹੁਣ ਮੈਂ ਅੱਗੇ ਕਿੱਥੇ ਜਾਣਾ, ਅਰਬਾਂਪਤੀ ਹੋ ਗਿਆ, ਧਨ ਦੌਲਤ ਹੀਰੇ ਮੋਤੀ ਆ ਗਏ ਨੇ। ਸਾਧੂ ਨੇ ਕਿਹਾ ਹੋਰ ਅੱਗੇ ਜਾਣਾ ਸੀ, ਜੋ ਕੋਈ ਤੇਰੇ ਕੋਲ ਆ ਗਿਆ ਇਹ ਤੈਨੂੰ ਸਕੂਨ ਨਹੀਂ ਦੇ ਸਕਦਾ, ਇੰਨੇ ਪਦਾਰਥ ਸਭ ਕੁਝ ਮਾਇਆ ਧਨ ਦੌਲਤ ਤੈਨੂੰ ਸੁੱਖ ਨਹੀਂ ਦੇ ਸਕਦੀ। ਹੋਰ ਅੱਗੇ ਪਤਾ ਕੀ ਸੀ? ਅਕਾਲ ਪੁਰਖ ਵਾਹਿਗੁਰੂ ਦੀ ਇਸ ਮਾਇਆ ਤੋਂ ਅੱਗੇ ਵੱਧ ਕੇ ਵੇਖ, ਜਦੋਂ ਉਸ ਤੱਕ ਤੂੰ ਪਹੁੰਚ ਜਾਏ ਉਦੋਂ ਤੈਨੂੰ ਸਮਝ ਆਏਗਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਇਹ ਮਾਇਆ ਨੇ ਤੇਰੇ ਦੁੱਖ ਨਹੀਂ ਦੂਰ ਕਰਨੇ, ਇਹਦੇ ਨਾਲ ਸਿਰਫ ਮੈਡੀਸਨ ਦਵਾਈ ਖਰੀਦੀ ਜਾ ਸਕਦੀ ਹੈ,
ਇਹਦੇ ਨਾਲ ਨੀਂਦ ਦੀਆਂ ਗੋਲੀਆਂ ਲਈਆਂ ਜਾ ਸਕਦੀਆਂ ਨੇ, ਪਰ ਸੱਜਣਾ ਨੀਂਦ ਨਹੀਂ, ਮਨ ਦਾ ਸਕੂਨ ਇਹ ਤੋਂ ਅੱਗੇ ਹੈ। ਤੈਨੂੰ ਸਮਝ ਆ ਜਾਏ ਕਿ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੀਐ। ਭਾਈ ਉਹ ਸਭਨਾ ਗੱਲਾਂ ਵਿੱਚ ਸਮਰੱਥ ਹੈ, ਉਹਦੇ ਤੱਕ ਅੱਗੇ ਜਾ। ਅੱਗੇ ਵਾਹਿਗੁਰੂ ਦਾ ਨਾਮ ਹੈ। ਉਹਨੇ ਕਿਹਾ ਬਾਬਾ ਅੱਗੇ ਕੀ ਹੈ? ਕਹਿਣ ਲੱਗਾ ਸੱਜਣਾ ਅੱਗੇ ਮੇਰੀ ਕੁੱਲੀ ਸੀ, ਕਿਤੇ ਉੱਥੇ ਤੱਕ ਆ ਜਾਂਦਾ ਮੈਂ ਤੈਨੂੰ ਉਹਦੇ ਨਾਲ ਜੋੜ ਦੇਣਾ ਸੀ ਜਿਹਨੇ ਮਾਇਆ ਬਣਾਈ ਹੈ, ਤੈਨੂੰ ਭਟਕਣਾ ਨਹੀਂ ਸੀ ਪੈਣਾ। ਅੱਜ ਹਜ਼ੂਰ ਨੇ ਕਿਹਾ ਮੋਹ ਮਾਇਆ ਵਿੱਚ ਗਰਸਿਆ ਹੋਰ 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 ਲੱਭਦਾ, ਪਰ ਉਹਨੂੰ ਅੰਦਰੋਂ ਸਕੂਨ ਤੇ ਸੁੱਖ ਨਹੀਂ ਮਿਲਦਾ। ਬਿਨ ਲਹਿਣੇ ਕੈਠੈ ਪਾਇਓ ਰੇ। ਲਹਿਣੇ ਦਾ ਅਰਥ ਹੁੰਦਾ ਪ੍ਰਾਪਤ ਕਰਨਾ, ਲੈਣਾ। ਕਹਿੰਦੇ ਭਾਈ ਬਿਨਾਂ ਭਾਗਾਂ 'ਚ ਲਿਖੇ ਤੋਂ ਦੱਸੋ ਕਿਹਨੂੰ ਪ੍ਰਾਪਤ ਹੋ ਸਕਦਾ ਹੈ? ਮੰਗੀ ਜਾਵੇ ਕਿ ਹੋਰ ਮਿਲ ਜਾਏ, ਹੋਰ ਮਿਲ ਜਾਏ। ਜੋ ਭਾਗਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਲਿਖਿਆ ਉਹੀ ਮਿਲਣਾ। ਬਹੁਤ ਕੁਝ ਪ੍ਰਾਪਤ ਕਰਕੇ ਵੀ ਤੂੰ ਦੁਖੀ ਰਹੇਗਾ। ਜੇ ਤੂੰ ਸੁੱਖ ਲੈਣਾ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੰਗ, ਉਹ ਤੈਨੂੰ ਸੁੱਖ ਦੇਗਾ। ਉਹਦੀ ਕਿਰਪਾ ਤੋਂ ਬਗੈਰ, ਉਹਦੇ ਲਿਖੇ ਤੋਂ ਬਗੈਰ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਰੁਗਾਥ ਵਾਹੂ ਸਿਉ ਲੁਬੜਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਚੀਜ਼ ਹੋਰ ਨੋਟ ਕਰਿਓ, ਜਦੋਂ ਪਰਮਾਰਥ ਦੇ ਰਸਤੇ ਤੇ ਤੁਰੋਗੇ ਤੁਹਾਡੀ ਈਰਖਾ ਮਿਟ ਜਾਏਗੀ, ਕਿਸੇ ਨਾਲ ਈਰਖਾ ਨਹੀਂ ਕਰੋਗੇ। ਜਦੋਂ ਆਹ ਗੱਲ ਸਮਝ ਆਉਂਦੀ ਨਾ, ਬਿਨ ਲੈਣੇ ਕੈਠੇ ਪਾਇਓ ਰੇ, ਬਿਨਾਂ ਲਿਖੇ ਤੋਂ ਕੋਈ ਕਿਵੇਂ ਪ੍ਰਾਪਤ ਕਰ ਸਕਦਾ ਹੈ? ਫਿਰ ਜਿਹਨੂੰ ਪ੍ਰਾਪਤ ਹੋ ਗਿਆ ਤੁਸੀਂ ਉਹਦੇ ਨਾਲ ਈਰਖਾ ਨਹੀਂ ਕਰੋਗੇ। ਭਾਈ ਇਹਨੂੰ ਅਕਾਲ ਪੁਰਖ ਰੱਬ ਨੇ ਦਿੱਤਾ ਹੈ, ਜੇ ਉਹਦੀ ਨਜ਼ਰ ਹੈ ਤਾਂ ਮਿਲਿਆ। ਜਿੱਦਣ ਉਹ ਨਜ਼ਰ ਫੇਰ ਲੈ ਸਭ ਕੁਝ ਖੋ ਵੀ ਸਕਦਾ ਹੈ। ਜਿਹਨੇ ਦਿੱਤਾ ਉਹ ਖੋ ਵੀ ਸਕਦਾ ਹੈ। ਤੁਸੀਂ ਉਹਦੇ ਨਾਲ ਈਰਖਾ ਨਹੀਂ ਕਰੋਗੇ, ਫਿਰ ਤੁਸੀਂ ਇਹ ਛੱਡ ਦੋਗੇ ਉਹਨੂੰ ਵੀ ਅਕਾਲ ਪੁਰਖ ਰੱਬ ਨੇ ਦਿੱਤਾ ਹੈ, ਤੁਸੀਂ ਸਕੂਨ ਦੇ ਜੀਵਨ ਵਿੱਚ ਆ ਜਾਓਗੇ। ਅੱਜ ਮਹਾਰਾਜ ਕਹਿੰਦੇ ਨੇ ਮਹਾਰਾਜ ਰੋ ਗਾਥ ਵਾਹੂ ਸਿਉ, ਰੱਬ ਦਾ ਦਿੱਤਾ ਹੋਇਆ ਗਾਤ ਸਰੀਰ। ਇਹ ਜਿਹੜਾ ਸਰੀਰ ਉਸ ਅਕਾਲ ਪੁਰਖ ਰੱਬ ਨੇ ਦਿੱਤਾ ਹੈ। ਕਹਿੰਦੇ ਇਹਦੇ ਨਾਲ ਹੀ ਮੋਹ ਵਿੱਚ ਲੁਬੜਿਓ ਦਾ ਅਰਥ ਇਹਦੇ ਨਾਲ ਹੀ ਪਰਚਿਆ ਹੋਇਆ। ਇਹ ਸਰੀਰ ਵਾਸਤੇ ਹੀ ਸਾਰੀ ਉਮਰ ਲਗਾ ਦਿੰਦਾ ਹੈ। ਲੇਹ ਭਾਗੜੋ ਪਾਹੇ ਸੰਜੋਇਓ ਰੇ। ਕਹਿੰਦੇ ਇਹ ਭਾਗਹੀਣ ਮਨੁੱਖ ਵੇਖੋ, ਇਹਦਾ ਮਨ ਜਿਹੜਾ ਹੈ, ਪਾਤਸ਼ਾਹ ਕਹਿੰਦੇ ਭਾਈ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਲੱਗਾ ਰਹਿੰਦਾ, ਹੋਰ ਮੰਗਦਾ, ਹੋਰ ਮੰਗਦਾ, ਰੱਜਦਾ ਨਹੀਂ। ਉਮਰ ਘਟ ਜਾਂਦੀ ਹੈ, ਤ੍ਰਿਸ਼ਨਾ ਵੱਧ ਜਾਂਦੀ ਹੈ, ਅੱਧ ਵਿਚਕਾਰ ਮਰ ਜਾਂਦਾ ਹੈ, ਇਹਨੂੰ ਫਿਰ ਦੁੱਖ ਭੋਗਣੇ ਪੈਂਦੇ। ਦੁਨੀਆ ਵਿੱਚ ਤੁਸੀਂ ਪੁੱਤਰ ਧੀਆਂ ਪਦਾਰਥ ਮੰਗਦੇ ਹੋ, ਜਿਨ੍ਹਾਂ ਕੋਲ ਹੈ ਉਹ ਵੀ ਬੰਦੇ ਸੁਖੀ ਨਹੀਂ ਹੋਏ। ਇਹਦਾ ਭਾਵ ਅਰਥ ਇਹ ਨਹੀਂ ਕਿ ਆਪਾਂ ਮੰਗਣਾ ਨਹੀਂ ਗੁਰੂ ਕੋਲੋਂ। ਜੇ ਗੁਰੂ ਨੇ ਤੁਹਾਨੂੰ ਅਨਕੰਡੀਸ਼ਨਲ ਲਿਖ ਕੇ ਦਿੱਤਾ ਹੈ, ਵਿਸ਼ਵਾਸ ਰੱਖ ਕੇ ਆਈ ਸਿੱਖਾ, ਫਿਰ ਜੋ ਮੰਗੇ ਠਾਕੁਰ ਆਪਣੇ। ਹੁਣ ਜੋ ਵਿੱਚ ਤਾਂ ਪੁੱਤਰ ਧੀਆਂ ਵੀ ਆਉਂਦੇ ਹੀ ਨੇ, ਜੋ ਵਿੱਚ ਪਦਾਰਥ ਵੀ ਆਉਂਦੇ ਨੇ, ਪਰ ਹਜ਼ੂਰ ਨੇ ਬਚਨ ਕਿਹਾ ਕੱਲਾ ਪਦਾਰਥ ਪੁੱਤਰ ਧੀਆਂ ਮੰਗ ਕੇ ਨਾ ਮੁੜ ਜਾਈ। ਇਹ ਜ਼ਰੂਰ ਮੰਗੀ ਦਾਤਾ ਤੇਰੇ ਦਿੱਤੇ ਹੋਏ ਪਦਾਰਥਾਂ ਵਿੱਚ ਜੋ ਤੂੰ ਦਿੱਤਾ ਹੈ, ਮੇਰੇ ਅੰਦਰ ਦੀ ਸੁਰਤ ਯਾਦ ਰੱਖੇ ਕਿ ਸਭ ਕੁਝ ਤੇਰਾ ਦਿੱਤਾ ਹੈ। ਮੈਨੂੰ ਸਦਾ ਹੀ ਯਾਦ ਰਵੇ ਰਾਮਈਆ ਕੇ ਗੁਣ ਚੇਤ ਪਰਾਨੀ। ਮੈਂ ਤੁਹਾਡੇ ਪਰਉਪਕਾਰ ਚੇਤੇ ਰੱਖਾਂ। ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਕੀ ਸੀ ਤੇ ਕੀ ਬਣਾ ਦਿੱਤਾ ਹੈ, ਇਹ ਮੈਨੂੰ ਯਾਦ ਰਵੇ। ਮੰਗਣਾ ਮਾੜਾ ਨਹੀਂ, ਪਰ ਦੇਣ ਵਾਲੇ ਦਾਤੇ ਨੂੰ ਭੁੱਲ ਜਾਣਾ ਮਾੜਾ। ਮੈਂ ਕਈ ਵਾਰ ਇਹ ਬੇਨਤੀ ਤੁਹਾਡੇ ਚਰਨਾਂ 'ਚ ਰੱਖੀ, ਪਦਾਰਥਾਂ ਦਾ ਹੋਣਾ ਕੋਈ ਪਾਪ ਨਹੀਂ ਹੈ, ਪੁੱਤਰ ਧੀਆਂ ਦਾ ਹੋਣਾ ਕੋਈ ਪਾਪ ਨਹੀਂ ਹੈ। ਇਹ ਤਾਂ ਗ੍ਰਸਤ ਮਾਰਗ ਸਾਨੂੰ ਗੁਰੂ ਨੇ ਦਿੱਤਾ ਹੈ। ਲੋੜ ਹੋਵੇ ਗੁਰੂ ਕੋਲੋਂ ਹੀ ਮੰਗਣਾ ਹੈ। ਜਿਵੇਂ ਇੱਕ ਮਾਂ ਪਿਓ ਆਪਣੇ ਬੱਚੇ ਨੂੰ ਟਵਾਇਸ ਖਿਡੌਣੇ ਲਿਆ ਕੇ ਬਾਜ਼ਾਰੋਂ ਦਿੰਦੇ ਨੇ, ਕਈ ਵਾਰ ਉਹ 5-5 10-10 ਹਜ਼ਾਰ ਦੇ ਮਹਿੰਗੇ ਖਿਡੌਣੇ ਨੇ, ਬੱਚੇ ਵੱਡੇ ਹੋ ਗਏ, ਤੁਸੀਂ ਘਰ ਵਿੱਚ ਟਵਾਇਸ ਰੂਮ ਵਿੱਚ ਸਾਂਭ ਕੇ ਰੱਖੇ ਨੇ, ਬੱਚੇ ਵੱਡੇ ਹੋ ਗਏ ਤਾਂ ਵੀ ਖਿਡੌਣੇ ਸਾਂਭੇ ਨੇ, ਕਿਉਂ ਮਹਿੰਗੇ ਨੇ, ਵੀ ਸਿੱਟ ਕਿੱਧਰ ਦਈਏ, ਬੱਚਿਆਂ ਦੀ ਯਾਦ ਰਹਿੰਦੀ ਹੈ। ਹੁਣ ਉਹ ਮਹਿੰਗੇ ਤੋਂ ਮਹਿੰਗਾ ਟਵਾਇਸ ਖਿਡੌਣਾ ਜਿਹੜਾ ਮਾਂ ਪਿਓ ਬੱਚੇ ਨੂੰ ਖਰੀਦ ਕੇ ਦਿੰਦੇ ਨੇ, ਔਰ ਸਾਧ ਸੰਗਤ ਯਾਦ ਰੱਖਿਓ ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਉਹ ਮਾਂ ਪਿਓ ਨੇ ਇਸ ਲਈ ਦਿੱਤੇ ਨੇ ਸਾਡਾ ਬੱਚਾ ਇਹਨਾਂ ਖਿਡੌਣਿਆਂ 'ਚ ਪਰਚਿਆ ਰਵੇ, ਇਹਨਾਂ ਖਿਡੌਣਿਆਂ 'ਚ ਖੁਸ਼ ਰਵੇ। ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਪਰ ਖਿਡੌਣੇ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ। ਪਦਾਰਥਾਂ ਦਾ ਹੋਣਾ ਪਾਪ ਨਹੀਂ, ਦੇਣ ਵਾਲੇ ਪਰਮਾਤਮਾ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ। ਇਸ ਲਈ ਹਜ਼ੂਰ ਕਹਿੰਦੇ ਭਾਈ ਦੇਣ ਵਾਲੇ ਨੂੰ ਯਾਦ ਰੱਖ,
ਕਿਉਂਕਿ ਦੱਦਾ ਦਾਤਾ ਏਕ ਹੈ। ਲੋਕ ਸਾਧ ਸੰਗਤ ਕਈ ਵਾਰ ਇੱਕ ਪਦਾਰਥ ਨਾਲ ਕਹਿੰਦੇ ਪੁੱਤਰ ਚੰਗੇ ਨੇ, ਪੁੱਤ ਹੀ ਮੰਗਦੇ ਨੇ। ਬੜੇ ਲੋਕ ਨੇ ਜਿਹੜੇ ਲੋਹੜੀ ਪੁੱਤਾਂ ਦੇ ਨਾਂ ਤੇ ਮਨਾਈ, ਤੇ ਹੁਣ ਸਦੀਆਂ ਬਾਅਦ ਲੋਕਾਂ ਨੂੰ ਸਮਝ ਆਉਣ ਲੱਗੀ ਹੈ ਭਾਈ ਪੁੱਤਰ ਨਹੀਂ, ਧੀਆਂ ਵੀ ਸੁੱਖ ਦਿੰਦੀਆਂ ਨੇ। ਸਦੀਆਂ ਪਹਿਲਾਂ ਮੇਰੇ ਸਤਿਗੁਰ ਨੇ ਇਹ ਗੱਲ ਬਾਣੀ ਵਿੱਚ ਵੀ ਕਹੀ, ਔਰ ਇਹ ਗੱਲ ਸਾਧ ਸੰਗਤ ਯਾਦ ਰੱਖਿਓ, ਇਤਿਹਾਸ ਵਿੱਚ ਵੀ ਕਹੀ। ਦੁਨੀਆ ਦੀ ਉਹ ਥਿਉਰੀ ਉਨੀ ਦੇਰ ਅਧੂਰੀ ਹੈ ਜਿੰਨੀ ਦੇਰ ਪ੍ਰੈਕਟੀਕਲ ਨਾ ਹੋਵੇ। ਜੇ ਹਜ਼ੂਰ ਨੇ ਕਿਹਾ ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ, ਉਹ ਦੁਨੀਆ ਦੇ ਲੋਕੋ ਪਿਓ ਨੂੰ ਸਭ ਤੋਂ ਵੱਧ ਜੇ ਕੋਈ ਪਿਆਰ ਕਰ ਸਕਦਾ, ਪੁੱਤ ਨਹੀਂ ਧੀਆਂ ਪਿਆਰ ਕਰਦੀਆਂ ਨੇ। ਧੀ ਬਾਰੇ ਲਿਖਿਆ ਹਜ਼ੂਰ ਨੇ, ਕਿਤੇ ਨਹੀਂ ਲਿਖਿਆ ਵੀ ਪੁੱਤ ਪਿਓ ਨੂੰ ਜ਼ਿਆਦਾ ਪਿਆਰ ਕਰਦਾ। ਇਹ ਲਿਖਿਆ ਵੀ ਧੀ ਜਿਹੜੀ ਹੈ ਉਹਨੂੰ ਪਿਓ ਪਿਆਰਾ ਹੈ। ਜੇ ਹਜ਼ੂਰ ਨੇ ਇਹ ਮਾਣ ਦਿੱਤਾ ਹੈ, ਫਿਰ ਸਾਧ ਸੰਗਤ ਧੀਆਂ ਤੇ ਕੰਨਿਆਂ ਬਾਰੇ ਇਤਿਹਾਸ ਵਿੱਚ ਵੀ ਪਾਤਸ਼ਾਹ ਨੇ ਉਹਦੀ ਮੋਹਰ ਲਾਈ। 6ਵੇਂ ਪਾਤਸ਼ਾਹ ਦੇ ਘਰ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਹੋਇਆ। ਜਦੋਂ ਸਾਧ ਸੰਗਤ ਡਰੋਲੀ ਭਾਈ ਜਨਮ ਹੋਇਆ, ਅੰਮ੍ਰਿਤ ਵੇਲੇ ਪਾਤਸ਼ਾਹ ਜੀ ਨੇ ਦੀਵਾਨ ਸਜੇ ਹੋਏ ਸਨ। ਤੁਸੀਂ ਉੱਥੇ ਦਰਸ਼ਨ ਕਰਿਓ, ਘਰ ਅਲੱਗ ਹੈ, ਦੀਵਾਨ ਅਸਥਾਨ ਅਲੱਗ ਹੈ। ਜਦੋਂ ਮਾਤਾ ਦਾਮੋਦਰੀ ਜੀ ਦੀ ਪਾਵਨ ਕੁੱਖ ਤੋਂ ਧੰਨ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ, ਹਜ਼ੂਰ ਨੂੰ ਖਬਰ ਦਿੱਤੀ ਤੇ ਪਾਤਸ਼ਾਹ ਬਹੁਤ ਖੁਸ਼ ਪ੍ਰਸੰਨ ਸੰਗਤ ਦੇ ਸਮੇਤ ਹੀ ਘਰ ਆਏ। ਉਹ ਕਮਰਾ ਉਸੇ ਤਰ੍ਹਾਂ 'ਚ ਬਣਿਆ ਹੋਇਆ ਜਿੱਥੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਪ੍ਰਕਾਸ਼। ਤਾਂ ਸਾਧ ਸੰਗਤ ਵੇਖਿਆ ਕਿ ਨਵ ਜਨਮੇ ਬਾਲਕ ਬਾਬਾ ਗੁਰਦਿੱਤਾ ਸਾਹਿਬ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਦਾਦੀ ਮਾਂ ਗੰਗਾ ਨੇ। ਬੜੇ ਖੁਸ਼ ਨੇ। ਖੁਸ਼ ਪਤਾ ਕਿਉਂ? ਇੱਕ ਤੇ ਗੁਰੂ ਨਾਨਕ ਨੇ ਦਾਤ ਦਿੱਤੀ ਹੈ, ਦੂਜਾ ਮਨ ਅੰਦਰੋਂ ਭਰ ਆਇਆ, ਹੇ ਗੁਰੂ ਨਾਨਕ ਤੇਰਾ ਸ਼ੁਕਰਾਨਾ ਹੈ, ਜਿਹੜੇ ਮਿਹਣੇ ਮੈਂ ਕਦੇ ਆਪਣੀਆਂ ਜਠਾਣੀਆਂ ਦੇ ਸੁਣੇ ਨੇ, ਮੇਰੀਆਂ ਨੋਹਾਂ ਨੂੰ ਨਹੀਂ ਸੁਣਨੇ ਪਏ। ਕਦੇ ਕਰਮੋਂ ਕਹਿੰਦੀ ਹੈ ਗੰਗਾ ਨੇ ਤੇ ਦੁਨੀਆ ਤੋਂ ਇਦਾਂ ਹੀ ਜਾਣਾ, ਔਂਤਰੀ ਜਾਣਾ, ਇਹਦੇ ਕਿਹੜਾ ਔਲਾਦ ਹੋਣ। ਜਿਹੜੇ ਮਿਹਣੇ ਮੈਂ ਆਪਣੀ ਜਠਾਣੀ ਦੇ ਸੁਣੇ ਨੇ, ਮੇਰੀਆਂ ਨੋਹਾਂ ਨੂੰ ਸੁਣਨੇ ਨਹੀਂ ਪਏ। ਪਹਿਲੇ ਸਾਲ ਗੁਰੂ ਨਾਨਕ ਨੇ ਨਜ਼ਰ ਕੀਤੀ ਹੈ, ਮੇਰੀ ਨੌਂ ਦੇ ਘਰ ਪੁੱਤਰ ਹੋਇਆ। ਦਾਦੀ ਨੂੰ ਖੁਸ਼ੀ ਹੈ। ਤੇ 6ਵੇਂ ਪਾਤਸ਼ਾਹ ਵੇਖ ਕੇ ਬੜੇ ਪ੍ਰਸੰਨ ਹੋ ਕੇ ਕਹਿੰਦੇ ਨੇ, ਮਾਂ ਤੁਸੀਂ ਬਹੁਤ ਖੁਸ਼ ਹੋ, ਅੱਜ ਕੋਈ ਅਸੀਸ ਦਿਓ, ਕਿਉਂਕਿ ਮਾਵਾਂ ਦੀ ਅਸੀਸ ਪੁੱਤਾਂ ਨੂੰ ਲੱਗਦੀ ਹੈ, ਮੰਗਣੀ ਚਾਹੀਦੀ ਹੈ। ਮਾਂ ਜੀ ਕੋਈ ਅਸੀਸ ਦਿਓ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੀ ਨੌਂ ਹੋ, ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਧਰਮ ਪਤਨੀ ਹੋ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਧੰਨ ਜਨਨੀ ਮਾਂ ਹੈ ਮਾਂ ਗੰਗਾ। ਮਾਂ ਗੰਗਾ ਕੋਈ ਅਸੀਸ ਦਿਓ। ਤੇ ਮਾਤਾ ਜੀ ਨੇ ਅਸੀਸ ਪਤਾ ਕੀ ਦਿੱਤੀ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਘਰ ਪੁੱਤਾਂ ਦੀ ਜੋੜੀ ਰਲ ਜਾਏ। ਮਾਵਾਂ ਦੀਆਂ ਅਸੀਸਾਂ ਇਦਾਂ ਹੁੰਦੀਆਂ ਦੁਨਿਆਵੀ ਤੌਰ ਤੇ। ਪਾਤਸ਼ਾਹ ਖੁਸ਼ ਨਹੀਂ ਹੋਏ। ਕਹਿੰਦੇ ਮਾਂ ਜੀ ਅਸੀਸ ਛੋਟੀ ਹੈ, ਕੋਈ ਹੋਰ ਅਸੀਸ ਇਸ ਤੋਂ ਵੱਡੀ ਦਿਓ। ਖੁਸ਼ ਹੋ ਕੇ ਕਹਿੰਦੇ ਗੁਰੂ ਨਾਨਕ ਤੁਹਾਡੇ ਘਰ 2-2 ਪੁੱਤਾਂ ਦੀਆਂ ਜੋੜੀਆਂ ਬਣਾ ਦੇਣ। ਹੁਣ ਤਾਂ ਖੁਸ਼ ਹੋ ਨਾ, 4 ਪੁੱਤਰ ਹੋ ਜਾਣ। ਕਹਿੰਦੇ ਨਹੀਂ ਮਾਂ, ਬਹੁਤ ਛੋਟੀ ਅਸੀਸ ਹੈ, ਮੈਨੂੰ ਇਸ ਤੋਂ ਵੀ ਵੱਡੀ ਅਸੀਸ ਦਿਓ। ਕਹਿੰਦੇ ਮੇਰਾ ਗੁਰੂ ਨਾਨਕ ਤੁਹਾਡੇ ਘਰ ਪ੍ਰਵਾਨ ਚੜੇ 5 ਪੁੱਤਰ ਬਖਸ਼ਣ। ਹੁਣ ਤਾਂ ਖੁਸ਼ ਹੋ, 5 ਪੁੱਤਰਾਂ ਦੀ ਦਾਤ ਗੁਰੂ ਨਾਨਕ ਤੁਹਾਨੂੰ ਦੇਣ। ਤੇ ਪਾਤਸ਼ਾਹ ਨੇ ਆਪਣਾ ਪੱਲਾ ਅੱਡ ਕੇ, ਝੋਲੀ ਅੱਡ ਕੇ ਪਤਾ ਕੀ ਮੰਗਿਆ? ਆ ਪੁੱਤ ਮੰਗਣ ਵਾਲਿਓ ਸੁਣ ਲਿਓ ਤੁਹਾਡੇ ਗੁਰੂ ਨੇ ਕੀ ਕਿਹਾ। 6ਵੇਂ ਪਾਤਸ਼ਾਹ ਨੇ ਝੋਲੀ ਅੱਡ ਕੇ ਮਾਂ ਗੰਗਾ ਨੂੰ ਹੱਥ ਜੋੜ ਕੇ ਇੱਕ ਬਚਨ ਕਿਹਾ, ਮਾਂ ਤੁਹਾਡੀਆਂ ਅਸੀਸਾਂ 5 ਪੁੱਤਰ ਹੋਣ ਦੀਆਂ ਗੁਰੂ ਨਾਨਕ ਦੇ ਘਰੋਂ ਵਿਅਰਥੀਆਂ ਨਹੀਂ ਜਾਣੀਆਂ। ਇਹ ਵਿਅਰਥੀਆਂ ਨਹੀਂ ਜਾਣਗੀਆਂ, ਪਰ ਮੈਨੂੰ ਇੰਜ ਲੱਗਦਾ ਹੈ ਜਿਵੇਂ 5 ਪੁੱਤਾਂ ਦੀ ਅਸੀਸ ਲੈ ਕੇ ਵੀ ਮੇਰੀ ਝੋਲੀ ਖਾਲੀ ਹੋਵੇ। ਮੈਨੂੰ ਇੱਕ ਧੀ ਦੀ ਅਸੀਸ ਦਿਓ, ਮੇਰਾ ਵਿਹੜਾ ਭਰ ਜਾਏ। ਧੀਆਂ ਨਾਲ ਵਿਹੜੇ ਭਰਦੇ ਨੇ, ਧੀਆਂ ਨਾਲ ਘਰ 'ਚ ਖੁਸ਼ੀਆਂ ਆਉਂਦੀਆਂ ਨੇ, ਧੀਆਂ ਨਾਲ ਝੋਲੀਆਂ ਭਰਦੀਆਂ ਨੇ। ਪਾਤਸ਼ਾਹ ਕਹਿੰਦੇ ਮੈਨੂੰ ਇੱਕ ਧੀ ਦੀ ਅਸੀਸ ਦਿਓ, ਮੇਰਾ ਵਿਹੜਾ ਭਰ ਜਾਏ। 5 ਪੁੱਤਾਂ ਦੀ ਅਸੀਸ ਲੈ ਕੇ ਵੀ ਘਰ ਖਾਲੀ ਲੱਗਦਾ, ਇੱਕ ਧੀ ਦੀ ਅਸੀਸ ਦਿਓ। ਧੰਨ ਮਾਤਾ ਗੰਗਾ ਜੀ ਨੇ ਅਸੀਸ ਬਖਸ਼ਿਸ਼ ਕੀਤੀ। ਔਰ ਸਾਧ ਸੰਗਤ ਇਤਿਹਾਸ ਪੜ੍ਹਿਓ, ਬਾਬਾ ਗੁਰਦਿੱਤਾ ਸਾਹਿਬ ਤੋਂ ਬਾਅਦ 6ਵੇਂ ਪਾਤਸ਼ਾਹ ਦੇ ਘਰ ਫਿਰ ਧੀ ਦਾ ਜਨਮ ਹੋਇਆ, ਬੀਬੀ ਵੀਰੋ ਜੀ ਦਾ। ਉਹਨਾਂ ਤੋਂ ਬਾਅਦ 4 ਪੁੱਤਰ ਹੋਏ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਪਹਿਲਾਂ ਵੱਡੇ ਪੁੱਤਰ ਤੋਂ ਬਾਅਦ ਧੀ, ਕਹਿਣ ਤੋਂ ਭਾਵ ਕੱਲੇ ਪੁੱਤ ਮੰਗਣ ਵਾਲਿਓ ਧੀ ਜ਼ਰੂਰ ਮੰਗਿਓ। ਧੀਆਂ ਨਾਲ ਘਰ ਭਰਦੇ ਨੇ, ਧੀਆਂ ਨਾਲ ਘਰ ਵਿੱਚ ਵਿਹੜਾ ਭਰਿਆ ਲੱਗਦਾ। ਇੱਕ ਬੇਨਤੀ ਮੈਂ ਕਈ ਵਾਰ ਕਹਿੰਦਾ ਨਾ, 80% ਅੱਜ ਲੋਕ ਵਿਦੇਸ਼ਾਂ ਵਿੱਚ, ਤੁਸੀਂ ਵੀ ਜਾਂਦੇ ਰਹਿੰਦੇ ਹੋ, ਮੈਂ ਵੀ ਜਾਂਦਾ, ਤੁਹਾਨੂੰ ਪਤਾ ਹੈ,
80% ਵਿਦੇਸ਼ਾਂ ਵਿੱਚ ਮਾਂ ਪਿਓ ਧੀਆਂ ਕਰਕੇ ਗਏ ਹੋਏ ਆ, ਪੁੱਤਾਂ ਕਰਕੇ ਨਹੀਂ। ਐਵੇਂ ਨਹੀਂ ਦੁਨੀਆ ਦੇ ਲੋਕਾਂ ਨੇ ਕਹਿਤਾ, ਉਹ ਦੁਨੀਆ ਦੇ ਲੋਕੋ ਪੁੱਤ ਵਡਾਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ। ਪੁੱਤ ਹੋਣ 4, ਉਹ ਜ਼ਮੀਨ ਦੇ 4 ਟੁਕੜੇ ਵੰਡ ਦਿੰਦੇ ਨੇ। ਧੀ ਇੱਕ ਵੀ ਹੋਵੇ, ਉਹ ਮਾਂ ਪਿਓ ਦਾ ਪਹਿਲਾਂ ਦੁੱਖ ਵੇਖਦੀ ਆ ਕੇ। ਧੀ ਮਾਂ ਪਿਓ ਦਾ ਦੁੱਖ ਵੇਖਦੀ ਹੈ। ਇਸ ਲਈ ਦੁਨੀਆ ਵਿੱਚ ਧੀਆਂ ਵੀ ਹੋਣੀਆਂ ਚਾਹੀਦੀਆਂ ਨੇ। ਜਿਨ੍ਹਾਂ ਦੇ ਘਰ ਧੀਆਂ ਨੇ ਉਹ ਭਾਗਾਂ ਵਾਲੇ। ਕਦੇ ਮਾਯੂਸ ਨਾ ਹੋਇਓ ਵੀ ਸਾਨੂੰ ਰੱਬ ਨੇ ਧੀ ਦਿੱਤੀ ਹੈ, ਪੁੱਤ ਨਹੀਂ ਦਿੱਤਾ। ਧੀਆਂ ਪੁੱਤ ਨਾਲੋਂ ਵੱਧ ਸੁੱਖ ਦੇ ਦਿੰਦੀਆਂ ਨੇ। ਗੁਰੂ ਦੇ ਘਰ ਵਿੱਚ ਵਡਿਆਈ ਹੈ ਸਾਧ ਸੰਗਤ। ਅੱਜ ਸੱਚੇ ਪਾਤਸ਼ਾਹ ਨੇ ਕਿਰਪਾ ਬਖਸ਼ਿਸ਼ ਕੀਤੀ। ਭਾਈ ਜਦੋਂ ਸਬਰ ਵਿੱਚ ਆ ਗਿਆ, ਤੂੰ ਬਹੁਤਾ 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 ਨਹੀਂ ਮੰਗੇਗਾ। ਤੈਨੂੰ ਇਹ ਸਮਝ ਆ ਜਾਏਗੀ ਆਹ ਸਰੀਰ ਦੇ ਮੋਹ ਵਿੱਚ ਨਹੀਂ, ਤੂੰ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸੜੇਗਾ। ਨਹੀਂ ਤਾਂ ਰੱਬ ਤੋਂ ਟੁੱਟੇ ਹੋਏ ਬੰਦੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹਨ। ਸੁਣ ਮਨ ਸੀਖ ਸਾਧੂ ਜਨ ਸਗਲੋ। ਇਹ ਹੁਣ ਸਿੱਖਿਆ ਦੇ ਨਾਲ ਹੀ ਮਨ ਪਸੀਜਦਾ, ਉਦਾਂ ਨਹੀਂ ਸਮਝ ਆਉਂਦੀ। ਤਾਂ ਪਾਤਸ਼ਾਹ ਕਹਿੰਦੇ ਭਾਈ ਸਗਲੇ ਸਾਧੂ ਸੰਤਾਂ ਦੀ ਸਿੱਖਿਆ ਮੰਗਿਆ ਕਰ, ਉਹਨਾਂ ਕੋਲੋਂ ਸਿੱਖਿਆ ਸੁਣਿਆ ਕਰ। ਸਭ ਸਾਧੂਆਂ ਦੀ ਸੰਗਤ ਕਰਕੇ ਸਿੱਖਿਆ ਸੁਣ। ਜਿੱਥੋਂ ਤੈਨੂੰ ਗੁਣ ਮਿਲਦਾ ਗੁਣ ਧਾਰਨ ਕਰ। ਇਹ ਸਾਧੂਆਂ ਦੀ ਸੰਗਤ ਵਿੱਚੋਂ ਤੈਨੂੰ ਸਮਝ ਆਉਣਾ ਹੈ ਕਿਵੇਂ ਇਹ ਸੰਸਾਰ ਦੀ ਮੋਹ ਮਾਇਆ ਚੋਂ ਨਿਕਲਣਾ ਹੈ। ਰਹਿਣਾ ਮਾਇਆ ਵਿੱਚ ਹੀ ਹੈ, ਇਹਦੇ ਵਿੱਚ ਰਹਿੰਦਿਆਂ ਨਿਰਲੇਪ ਰਹਿਣਾ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ। ਤੇ ਅਖੀਰ ਤੇ ਸਾਹਿਬ ਕਹਿਣਗੇ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਵਿੱਚ ਮਾਇਆ ਦੇ ਰਹਿੰਦਿਆਂ ਪਾਉਣਾ। ਇੱਕ ਚੀਜ਼ ਨੋਟ ਕਰਿਓ, ਬੇੜੀ ਪਾਣੀ ਵਿੱਚ ਰਵੇ ਤਾਂ ਤਰਦੀ ਹੈ, ਰੇਤੇ ਵਿੱਚ ਤਾਂ ਕਦੇ ਵੀ ਨਹੀਂ ਤਰਦੀ। ਸੁੱਕਾ ਦਰਿਆ ਆ, ਬੇੜੀ ਪੈਂਦੀ ਨਹੀਂ। ਬੇੜੀ ਪਾਣੀ ਵਿੱਚ ਰਵੇ ਤਾਂ ਕਿਨਾਰੇ ਲੱਗਦੀ ਹੈ, ਕਿਸੇ ਨੂੰ ਪਾਰ ਲੰਘਾ ਦਿੰਦੀ ਹੈ। ਪਰ ਸੱਜਣੋਂ ਪਾਣੀ ਬੇੜੀ ਵਿੱਚ ਪੈ ਜਾਏ ਸਾਰਿਆਂ ਨੂੰ ਡੋਬ ਦਿੰਦਾ। ਤੁਸੀਂ ਮਾਇਆ ਵਿੱਚ ਰਹੋ, ਗੁਰੂ ਨੇ ਵਰਜਿਆ ਨਹੀਂ, ਪਰ ਸ਼ਬਦ ਨਾਲ ਜੁੜਿਆ ਰਹੀ। ਸ਼ਬਦ ਦਾ ਚੱਪੂ ਗੁਰੂ ਮਲਾ ਤੇਰੇ ਕੋਲ ਹੋਣਾ ਚਾਹੀਦਾ ਹੈ। ਸੱਜਣਾ ਗੁਰੂ ਮਲਾਹ ਦੇ ਭਰੋਸੇ ਚੱਲੀ, ਸ਼ਬਦ ਦਾ ਚੱਪੂ ਬੇੜੀ ਨੂੰ ਮਾਰਦਾ ਰਹੀ। ਇਹ ਮਾਇਆ ਦੇ ਜਲ ਚੋਂ ਤੂੰ ਪਾਰ ਲੰਘ ਜਾਣਾ। ਜੇ ਚੱਪੂ ਮਾਰਨਾ ਛੱਡ ਦਿੱਤਾ, ਵਾਹਿਗੁਰੂ ਵਾਹਿਗੁਰੂ ਕਹਿਣਾ ਛੱਡ ਦਿੱਤਾ, ਮਲਾਹ ਦਾ ਭਰੋਸਾ ਗਵਾ ਬੈਠਾ, ਇਸ ਬੇੜੀ ਵਿੱਚ ਪਾਣੀ ਪੈ ਜਾਣਾ, ਬੇੜੀ ਬਹਿ ਜਾਣੀ ਹੈ। ਇਸ ਲਈ ਸਾਧ ਸੰਗਤ ਮਾਇਆ ਵਿੱਚ ਵੀ ਰਹਿਣਾ, ਪਰ ਇਹ ਮੰਗਣੇ ਦਾਤਾ ਕਿਰਪਾ ਕਰੋ ਸਾਨੂੰ ਇਸ ਮੋਹ ਮਾਇਆ ਤੋਂ ਕੱਢੋ। ਇਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅੱਜ ਪਾਤਸ਼ਾਹ ਨੇ ਬਚਨ ਕਹੇ ਸਾਧੂਆਂ ਦੀ ਸੰਗਤ ਵਿੱਚ ਜੁੜਨ ਦੇ ਨਾਲ ਭਾਈ ਇਹ ਸਿੱਖਿਆ ਮਿਲਦੀ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ 14 ਜੰਗਾਂ ਹੋਈਆਂ। ਕੱਲ ਨੂੰ ਉਹ ਇਤਿਹਾਸ ਇੱਥੋਂ ਤੁਸੀਂ ਸੁਣੋਗੇ ਸਿੰਘ ਸਾਹਿਬ ਜੀ ਤੋਂ। ਜਿਹੜੀ 14ਵੀਂ ਜੰਗ ਹੋਈ ਨਾ, ਇੱਕੋ ਹੀ ਆਖਰੀ 14ਵੀਂ ਜੰਗ ਹੈ ਜਿਹਦੇ ਵਿੱਚ ਸਾਧ ਸੰਗਤ ਕੱਲੇ ਗੁਰੂ ਦੇ ਸਿੱਖ ਨਹੀਂ ਲੜੇ, ਗੁਰੂ ਦੀ ਵਰਸਾਈ ਹੋਈ ਸਿੱਖਣੀ ਵੀ ਲੜੀ ਹੈ। ਦੇਖੋ ਹੁਣ ਗੱਲ ਮੈਂ ਧੀਆਂ ਦੀ ਕੀਤੀ ਤਾਂ ਮੈਂ ਸ਼ੁਰੂ ਕਰਨ ਲੱਗਾ। ਕਿਸੇ ਪੱਖ ਤੋਂ ਧੀ ਦਾ ਇਹ ਨਹੀਂ ਕਹਿ ਸਕਦਾ ਇੱਧਰੋਂ ਯੋਗਦਾਨ ਨਹੀਂ ਹੈ ਜੀ, ਹਰ ਪੱਖ ਤੋਂ ਗੁਰੂ ਨੇ ਵਡਿਆਈ ਦਿੱਤੀ ਹੈ। ਜਦੋਂ ਮਦਨ ਜੰਗ ਵਿੱਚ ਮਾਈ ਭਾਗ ਕੌਰ ਜੂਝੇ, ਮਾਝੇ ਦੇ ਉਹ ਸਿੱਖ ਸਰਦਾਰਾਂ ਮਝੈਲਾਂ ਨੂੰ ਪ੍ਰੇਰ ਕੇ ਲੈ ਕੇ ਗਏ। ਇੱਕ ਮਾਈ ਦੀ ਪ੍ਰੇਰਨਾ ਨੇ ਗੁਰੂ ਨਾਲੋਂ ਟੁੱਟਿਆਂ ਹੋਇਆਂ ਨੂੰ ਦੁਬਾਰਾ ਜੋੜ ਦਿੱਤਾ। ਇਹਨੂੰ ਯਾਦ ਰੱਖਿਓ, ਇਹ ਕਦੇ ਲੱਜਾ ਨਾ ਰੱਖਿਓ। ਮੈਂ ਅੱਗੇ ਵੀ ਇੱਕ ਵਾਰ ਇੱਥੋਂ ਕੁਝ ਮਹੀਨੇ ਪਹਿਲਾਂ ਹੀ ਬੇਨਤੀ ਕਹੀ, ਜਿੱਦਣ ਲੱਜਾ ਦਾ ਪੱਥਰ ਸੁੱਟ ਦੋਗੇ ਨਾ ਸਿਰ ਤੋਂ, ਉਦਣ ਰੱਬ ਵੱਲ ਤੁਰ ਪਉਂਗੇ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਲੋਕਾਂ ਦੀ ਲਾਜ ਤਿਆਗਣੀ ਪੈਂਦੀ ਹੈ, ਫਿਰ ਰੱਬ ਵੱਲ ਨੂੰ ਤੁਰਿਆ ਜਾਂਦਾ ਹੈ। 60 ਸਾਲ ਦੀ ਉਮਰ ਹੈ, ਚਿੱਟਾ ਸ਼ਮਸ਼ਦਾੜ ਹੈ, ਰਿਸ਼ਤੇ ਵਿੱਚ ਸਹੁਰਾ ਲੱਗਦਾ ਤੇ ਧੀਆਂ ਵਰਗੀ ਉਮਰ ਹੈ, ਰਿਸ਼ਤੇ ਵਿੱਚ ਨਹੁੰ ਲੱਗਦੀ ਹੈ। ਜਿੱਦਣ ਲੋਕਾਂ ਦੀ ਲਾਜ ਤਿਆਗਤੀ ਨਾ, ਆਪਣੀ ਨਹੁੰ ਅੱਗੇ ਹੱਥ ਜੋੜ ਕੇ ਕਿਹਾ, 60 ਸਾਲ ਦੇ ਬਜ਼ੁਰਗ ਚਿੱਟਾ ਸ਼ਮਸ਼ਦਾੜਾ ਹੱਥ ਜੋੜ ਕੇ ਨਹੁੰ ਨੂੰ ਕਹਿੰਦਾ, ਧੀਏ ਜਿਹੜੇ ਗੁਰੂ ਨਾਨਕ ਦੀ ਤੂੰ ਬਾਣੀ ਪੜ੍ਹਦੀ, ਮੈਨੂੰ ਉਹਦੇ ਘਰ ਲੈ ਚੱਲ, ਮੈਂ ਵੀ ਰੱਬ ਨੂੰ ਮਿਲਣਾ ਹੈ। ਧੀਏ ਮੈਨੂੰ ਵੀ ਗੁਰੂ ਨਾਨਕ ਦੇ ਘਰ ਦਾ ਰਾਹ ਵਿਖਾ। ਜਿੱਦਣ ਆਪਣੀ ਨਹੁੰ ਅੱਗੇ ਹੱਥ ਜੋੜ ਕੇ ਕਿਹਾ, ਧੀਏ ਮੈਨੂੰ ਵੀ ਗੁਰੂ ਨਾਨਕ ਦੇ ਘਰ ਦਾ ਰਾਹ ਦੱਸ ਦੇ, ਉਦਣ ਬੀਬੀ ਅਮਰੋ ਧੰਨ ਬਾਬਾ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਲੈ ਔਰ ਸੇਵਾ ਕਰਕੇ ਬਾਬਾ ਅਮਰਦਾਸ ਧੰਨ ਗੁਰੂ ਅਮਰਦਾਸ ਹੋ ਗਏ। ਨਿਮਾਣਿਆਂ ਦੇ ਮਾਣ ਸਤਿਗੁਰੂ ਬਣ ਗਏ।
ਲੋਕਾਂ ਦੀ ਲਾਜ ਤਿਆਗੀ। ਐ ਨਹੀਂ ਵੀ ਨੌ ਕੋਲੋਂ ਮੈਂ ਸਿੱਖਾਂ, ਅਸੀਂ ਤਾਂ ਨੌਹਾਂ ਵਿੱਚ ਨੁਕਸ ਕੱਢਣੇ ਸਿੱਖੇ ਨੇ। ਜੇ ਗੁਣ ਹੋਵੇ ਕੌਣ ਗੁਣ ਸਿੱਖਦਾ ਹੈ? ਧੀਆਂ ਦੇ ਗੁਣ ਗਾਉਣੇ, ਨੌਹਾਂ ਜਿਹੜੀਆਂ ਉਹ ਵੀ ਧੀਆਂ ਨੇ ਕਿਸੇ ਦੀਆਂ। ਆਪਾਂ ਨੌਹਾਂ ਵਿੱਚ ਨੁਕਸ ਕੱਢਦੇ ਨਹੀਂ ਭਾਈ। ਕਿਸੇ ਨੌਂ ਵਿੱਚ ਵੀ ਗੁਣ ਹੋਵੇ ਉਹਨੂੰ ਵੀ ਧੀ ਕਹਿ ਕੇ ਹੱਥ ਜੋੜ ਕੇ ਕਹਿਣਾ ਚਾਹੀਦਾ, ਧੀਏ ਮੈਨੂੰ ਰੱਬ ਦੇ ਘਰ ਦਾ ਰਾਹ ਦੱਸ। ਇਹ ਨਹੀਂ ਲਾਜ ਵੀ ਨੌਂ ਦੇ ਕੋਲੋਂ ਮੈਂ ਅਕਲ ਲਵਾਂ ਹੁਣ, ਨਹੀਂ। ਜਦੋਂ ਇਹ ਲਾਜ ਛੱਡ ਦਿੱਤੀ ਫਿਰ ਕਿਤੇ ਪਹੁੰਚ। 14ਵੀਂ ਜੰਗ ਵਿੱਚ ਜਦੋਂ ਮਾਈ ਭਾਕਰ ਪ੍ਰੇਰ ਕੇ ਮਾਝੇ ਦੇ ਮਝੈਲ ਸਰਦਾਰ ਸਿੱਖਾਂ ਨੂੰ ਮੋੜ ਗੁਰੂ ਨਾਲ ਜੋੜ ਦਿੱਤਾ, ਮੈਦਾਨੇ ਜੰਗ ਅੰਦਰ ਜੂਝੇ। ਤੇ ਜਦੋਂ ਸਾਧ ਸੰਗਤ ਸਿੱਖ ਸ਼ਹੀਦ ਹੋ ਗਏ ਨਾ, ਪਾਤਸ਼ਾਹ ਖਦਰਾਣੇ ਦੀ ਢਾਬ ਤੋਂ ਥੱਲੇ ਆਏ, ਕਹਿੰਦੇ ਸਿੱਖੋ ਦੇਖੋ ਛੇਤੀ ਕੋਈ ਸਿੱਖ ਸਵਾਸ ਚੱਲਦੇ ਹੋਣ। ਸ਼ਹੀਦ ਪਿਆਂ ਵਿੱਚ ਇੱਕ ਦੇ ਚੱਲਦੇ ਨੇ ਭਾਈ ਮਹਾਂ ਸਿੰਘ ਜੀ। ਉਹ ਇਤਿਹਾਸ ਤੁਸੀਂ ਕੱਲ ਨੂੰ ਸੁਣਨਾ, ਮੈਂ ਜਿਹੜਾ ਹਵਾਲਾ ਦੇਣਾ ਉਹ ਸੁਣਿਓ। ਫਿਰ ਇੰਨੇ ਨੂੰ ਅਜੇ ਪਾਤਸ਼ਾਹ ਭਾਈ ਮਹਾਂ ਸਿੰਘ ਜੀ ਨਾਲ ਗੱਲਬਾਤ ਕਰਦੇ, ਇੰਨੇ ਨੂੰ ਇੱਕ ਸਿੱਖ ਨੇ ਆ ਕੇ ਕਿਹਾ, ਮਹਾਰਾਜ ਇੱਕ ਜਣਾ ਹੋਰ ਜਿਉਂਦਾ ਲੱਭ ਗਿਆ, ਸਾਹ ਚੱਲਦੇ ਨੇ, ਫੱਟ ਬਹੁਤ ਲੱਗੇ ਨੇ ਸਰੀਰ ਤੇ, ਇੰਨੇ ਫੱਟ ਨੇ ਪਾਤਸ਼ਾਹ, ਚੋਲਾ ਲਹੂ ਨਾਲ ਭਿੱਜਿਆ ਹੋਇਆ, ਪਰ ਪਾਤਸ਼ਾਹ ਉਹ ਬਾਣਾ ਮਰਦਾਂ ਵਾਲਾ ਪਾਇਆ, ਪਰ ਅਸਲ ਵਿੱਚ ਤੁਹਾਡੀ ਕੋਈ ਧੀ ਸਿੰਘਣੀ ਲੜੀ ਹੈ ਮਹਾਰਾਜ ਮੈਦਾਨੇ ਜੰਗ 'ਚ। ਪਾਤਸ਼ਾਹ ਕਹਿੰਦੇ ਕੌਣ ਨੇ? ਲਿਆਓ। ਆਪ ਹਜ਼ੂਰ ਗਏ ਉੱਠ ਕੇ, ਵੇਖਿਆ ਤੇ ਮਾਈ ਭਾਗ ਕੌਰ, ਬਾਣਾ ਮਰਦਾਂ ਵਾਲਾ ਹੈ, ਮੈਦਾਨੇ ਜੰਗ ਅੰਦਰ ਜੂਝ ਕੇ ਫੱਟ ਲੱਗੇ ਨੇ, ਜੰਗ ਵਿੱਚ ਸੂਰਵੀਰਤਾ ਦਾ ਜ਼ੋਰ ਵਿਖਾਇਆ। ਅੱਜ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਮੱਲਮ ਪੱਟੀ ਕਰੋ, ਦਵਾਈ ਦਾਰੂ ਦਿਓ। ਜਦੋਂ 40 ਮੁਕਤਿਆਂ ਦਾ ਸੰਸਕਾਰ ਹੋਇਆ ਨਾ, ਉੱਥੇ ਪਾਤਸ਼ਾਹ ਨੇ ਭਰੇ ਦੀਵਾਨ ਵਿੱਚ ਇੱਕ ਗੱਲ ਕਹੀ, ਖਾਲਸਾ ਜੀ ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਖਤਰਾ ਨਹੀਂ। ਖਾਲਸਾ ਜੀ ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਖਤਰਾ ਨਹੀਂ। ਅੱਜ ਤੋਂ ਬਾਅਦ ਮੇਰਾ ਪੰਥ ਰਹਿੰਦੀ ਦੁਨੀਆ ਤੱਕ ਚੜ੍ਹਦੀ ਕਲਾ 'ਚ ਰਹੇਗਾ। ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਮੁਕਾ ਨਹੀਂ ਸਕੇਗਾ। ਸਿੱਖਾਂ ਹੱਥ ਜੋੜ ਕੇ ਕਿਹਾ, ਦਾਤਿਆ ਜੰਗਾਂ ਤਾਂ ਪਹਿਲਾਂ ਵੀ ਲੜੀਆਂ ਨੇ, ਪਹਿਲਾਂ ਵੀ ਜਿੱਤ ਪ੍ਰਾਪਤ ਕੀਤੀ ਹੈ, ਅੱਜ ਬੜੀਆਂ ਬਖਸ਼ਿਸ਼ਾਂ ਕਰ ਰਹੇ ਹੋ ਪੰਥ ਨੂੰ, ਅੱਜ ਬੜੀਆਂ ਬਖਸ਼ਿਸ਼ਾਂ ਕਰ ਰਹੇ ਹੋ ਕਿ ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਖਤਰਾ ਨਹੀਂ, ਮੇਰੇ ਖਾਲਸੇ ਦੀ ਸਦਾ ਚੜ੍ਹਦੀ ਕਲਾ ਰਹੇਗੀ। ਪਾਤਸ਼ਾਹ ਕਿਉਂ? ਕਲਗੀਧਰ ਪਾਤਸ਼ਾਹ ਨੇ ਪਤਾ ਕੀ ਕਿਹਾ? ਕਹਿੰਦੇ ਉਹ ਸਾਡੀ ਧੀ ਮਾਈ ਭਾਗ ਕੌਰ ਕਰਕੇ। ਪਾਤਸ਼ਾਹ ਕਿਉਂ? ਹਜ਼ੂਰ ਨੇ ਕਿਹਾ ਜਿਹੜੀ ਕੌਮ ਵਿੱਚ ਬੀਬੀਆਂ ਆਪਣੀ ਰੱਖਿਆ ਕਰਨ ਦੇ ਖੁਦ ਕਾਬਿਲ ਹੋ ਜਾਣ, ਜਿਹੜੀ ਕੌਮ ਵਿੱਚ ਬੀਬੀਆਂ ਮੈਦਾਨੇ ਜੰਗ ਵਿੱਚ ਜੂਝਣ ਦੇ ਕਾਬਿਲ ਹੋ ਜਾਣ, ਉਸ ਕੌਮ ਨੂੰ ਦੁਨੀਆ 'ਚ ਕੋਈ ਖਤਰਾ ਨਹੀਂ ਹੋ ਸਕਦਾ। ਸਾਧ ਸੰਗਤ, ਇੰਨਾ ਵੱਡਾ ਮਾਣ ਬੀਬੀਆਂ ਨੂੰ ਦਿੱਤਾ ਹੈ, ਇੰਨਾ ਵੱਡਾ ਮਾਣ ਮਾਈ ਭਾਗ ਕੌਰ ਕਰਕੇ। ਆ ਤੁਸੀਂ ਮਾਈ ਭਾਗ ਕੌਰ ਦੀਆਂ ਵਾਰਸ ਬੈਠੇ ਹੋ, ਘਰਾਂ 'ਚ ਵੀ ਸੁਣਦੇ ਹੋ, ਤੁਹਾਨੂੰ ਹੱਥ ਜੋੜ ਬੇਨਤੀ ਹੈ, ਕਲਗੀਆਂ ਵਾਲੇ ਦੇ ਦਿੱਤੇ ਕਕਾਰ ਪਹਿਨੋ, ਹੱਥ ਵਿੱਚ ਗੁਰੂ ਦਾ ਕੜਾ ਨਜ਼ਰ ਆਉਣਾ ਚਾਹੀਦਾ ਹੈ। ਉਹ ਤੁਹਾਡੇ ਹੱਥਾਂ ਪੈਰਾਂ 'ਚ ਕਾਲੇ ਧਾਗੇ ਨਹੀਂ ਨਜ਼ਰ ਆਉਣੇ ਚਾਹੀਦੇ। ਜੇ ਤੁਸੀਂ ਹੱਥਾਂ ਪੈਰਾਂ 'ਚ ਕਾਲੇ ਧਾਗੇ ਬੰਨੇ ਨੇ, ਫਿਰ ਮੇਰੇ ਗੁਰੂ ਨੇ ਤੁਹਾਨੂੰ ਪਹਿਲੇ ਲਿਖ ਕੇ ਸੁਚੇਤ ਕੀਤਾ, ਜੇ ਤੂੰ ਨਿਆਰੇਪਨ ਤੋਂ ਦੂਰ ਹੋ ਗਿਆ ਮੈਂ ਤੈਨੂੰ ਕੁਝ ਨਹੀਂ ਦੇਣਾ। ਨਹੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਪਿਤਾ ਨੇ ਸਾਡੇ। ਤੁਸੀਂ ਵੀ ਪਰਿਵਾਰਾਂ ਵਾਲੇ ਬੈਠੇ ਹੋ, ਕੋਈ ਪਿਓ ਆਪਣੇ ਪੁੱਤ ਨੂੰ ਸਾਰੀ ਜਾਇਦਾਦ ਨਹੀਂ ਦਿੰਦਾ, ਇੱਕ ਅੱਧਾ ਪਲਾਟ ਰੱਖ ਲੈਂਦਾ, ਇੱਕ ਅੱਧਾ ਕਿੱਲਾ ਆਪਣੇ ਨਾਮ ਰੱਖਦਾ। ਜਿੰਨੇ ਤੁਸੀਂ ਬੈਠੇ ਹੋ ਨਾ, ਇੱਕ ਅੱਧੀ FDR ਤੁਸੀਂ ਵੀ ਲੁਕੋ ਕੇ ਰੱਖੀ ਹੋਣੀ ਪੁੱਤਾਂ ਧੀਆਂ ਤੋਂ। ਹਰ ਬੰਦਾ ਆਪਣੇ ਕੋਲ ਰੱਖਦਾ ਕੁਛ ਲੁਕੋ ਕੇ। ਸਾਰੀ ਜਾਇਦਾਦ ਪੁੱਤ ਨੂੰ ਕਦੇ ਨਹੀਂ ਦਿੰਦਾ, ਪਰ ਬਲਿਹਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਾਤਸ਼ਾਹ ਨੇ ਕੋਲ ਕੁਝ ਨਹੀਂ ਰੱਖਿਆ, ਲਿਖ ਕੇ ਦਿੱਤਾ, ਲਿਖ ਕੇ, ਕਿਉਂਕਿ ਲਿਖ ਕੇ ਦੇਣ ਤੋਂ ਹਰ ਬੰਦਾ ਡਰਦਾ। ਮੇਰਾ ਦਸਮ ਪਿਤਾ ਲਿਖ ਕੇ ਦੇ ਗਿਆ, ਖਾਲਸਾ ਮੈਂ ਤੈਨੂੰ ਸਭ ਕੁਝ ਦੇ ਦਾਂਗਾ, ਕੋਲ ਨਹੀਂ ਕੁਝ ਰੱਖਾਂਗਾ, ਸਾਰਾ ਕੁਝ ਦੇਵਾਂਗਾ, ਪਰ ਮੇਰੀ ਵੀ ਕੋਈ ਸ਼ਰਤ ਹੈ। ਪਾਤਸ਼ਾਹ ਕੀ? ਹਜ਼ੂਰ ਕਹਿੰਦੇ ਜਬ ਲਗ ਖਾਲਸਾ ਰੇ ਨਿਆਰਾ, ਪੜੋ ਤਬ ਲਗ ਤੇਜ ਦੇਉ ਮੈਂ ਸਾਰਾ। ਕੋਲ ਨਹੀਂ ਕੁਝ ਰੱਖਾਂਗਾ, ਪਰ ਸ਼ਰਤ ਇਹ ਹੈ ਕਿ ਜਬ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜੇ ਤੂੰ ਕਾਲੇ ਧਾਗੇ ਪੈਰਾਂ ਤੇ ਬੰਨ ਲੈ, ਤੇਰੀ ਮੇਰੀ ਕੋਈ ਪ੍ਰਤੀਤ ਨਹੀਂ। ਤੂੰ ਕਕਾਰ ਪਹਿਨ, ਬਾਣੀ ਪੜ੍ਹ, ਇਹ ਸਿੱਖਿਆ ਕਿੱਥੋਂ ਮਿਲੇਗੀ? ਅੱਜ ਪਾਤਸ਼ਾਹ ਕਹਿੰਦੇ ਭਾਈ ਇਹ ਸੀਖ
ਸਾਧੂ ਜਨਾਂ ਦੀ ਸੰਗਤ ਵਿੱਚੋਂ ਮਿਲਦੀ ਹੈ। ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਫਿਰ ਸਾਰੇ ਕੀਤੇ ਹੋਏ ਪਾਪ ਜਿਹੜੇ ਹਉਮੈ ਵਿੱਚ ਗਰਭ ਵਿੱਚ ਕੀਤੇ ਨੇ ਉਹ ਸਭ ਖਤਮ ਹੋ ਜਾਂਦੇ ਹਨ। ਜਾ ਕੋ ਲਹਿਣੋ ਮਹਾਰਾਜਰੀ ਗਾਠੜੀਓ। ਕਹਿੰਦੇ ਹੇ ਭਾਈ, ਜਿਸ ਨੇ ਲੈਣੇ ਉਹ ਮਹਾਰਾਜ ਪਾਤਸ਼ਾਹ ਦੇ ਖਜ਼ਾਨੇ ਵਿੱਚੋਂ ਉਹਨੂੰ ਹੀ ਮਿਲਦਾ ਹੈ, ਜਿਹਦੇ ਭਾਗਾਂ ਵਿੱਚ ਅਕਾਲ ਪੁਰਖ ਰੱਬ ਵਾਹਿਗੁਰੂ ਅਕਾਲ ਪੁਰਖ ਲਿਖ ਦਿੰਦਾ ਹੈ। ਜਨ ਨਾਨਕ ਗਰਬਾਸ ਨਾ ਪੌੜਿਓ ਰੇ। ਕਹਿੰਦੇ ਦੁਨੀਆ ਦੇ ਲੋਕੋ, ਫਿਰ ਜਿਹਨੂੰ ਅਕਾਲ ਪੁਰਖ ਨੇ ਆਪਣੇ ਖਜ਼ਾਨੇ ਚੋਂ ਬਖਸ਼ਿਸ਼ਾਂ ਕਰਤੀਆਂ, ਨਾਮ ਦੀਆਂ, ਗਿਆਨ ਦੀਆਂ, ਹਉਮੈ ਹੰਕਾਰ ਤੋਂ ਬਚ ਗਏ ਭਾਈ, ਉਹ ਦੁਬਾਰਾ ਗਰਭਾਸ ਦਾ ਅਰਥ ਜਨਮ ਮਰਨ ਵਿੱਚ ਨਹੀਂ ਆਉਂਦਾ। ਉਹ ਨਿਤ ਅਰਦਾਸ ਕਰੇ ਪਰ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਦੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ, ਫਿਰ ਗਰਭਾਸ ਨਾ ਭਰਿਆ ਰੇ। ਉਸ ਗੁਰੂ ਅੱਗੇ ਅਰਦਾਸ ਕਰਿਓ ਕਿ ਗੁਰ ਪੂਰਾ ਭੇਟਿਓ ਬੜ ਭਾਗੀ, ਮਨੇ ਭਇਆ ਪਰਗਾਸਾ। ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਇੰਨਾ ਵਿਸ਼ਵਾਸ ਆਪਣੇ ਸਾਹਿਬ ਤੇ ਹੋਵੇ, ਫਿਰ ਤੁਰਦਿਆਂ ਫਿਰਦਿਆਂ ਨਾ ਗੁਰੂ ਦੇ ਪਿਆਰ ਵਿੱਚ ਵਿਸ਼ਵਾਸ ਰੱਖ ਕੇ ਗਾਉਂਦੇ ਰਿਹਾ ਕਰੋ ਸਾਰਾ ਦਿਨ। ਪਤਾ ਕੀ, ਤੁਹਾਨੂੰ ਪਰਵਾਸਾ ਚਾਹੀਦਾ। ਮੇਰਾ ਦਾਤਾ ਹੀ ਇੰਨਾ ਵੱਡਾ, ਮੈਂ ਕਿਸੇ ਅੱਗੇ ਕਿਉਂ ਝੁਕਾਂ? ਮੇਰਾ ਗੁਰੂ ਇੰਨਾ ਵੱਡਾ, ਪਰਵਾਸਾ ਰੱਖ ਕੇ ਤੁਰਦੇ ਫਿਰਦੇ ਗਾਉਂਦੇ ਰਿਹਾ ਕਰੋ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਪੜੋ, ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਆਗੇ ਸੁਖ ਪਾਸ਼ੈ ਸੁਖ ਸਹਜਾ, ਆਗੇ ਸੁਖ ਪਾਸ਼ੈ ਸੁਖ ਸਹਜਾ। ਆਗੇ ਸੁਖ ਪਾਸ਼ੈ ਸੁਖ ਸਹਜਾ, ਆਗੇ ਸੁਖ ਪਾਸ਼ੈ ਸੁਖ ਸਹਜਾ। ਘਰ ਆਨੰਦ ਹਮਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਸਤਿਗੁਰ ਕੈ ਬਲਿਹਾਰੇ। ਵਾਹਿਗੁਰੂ। ਸਤਿਗੁਰ ਕੈ ਬਲਿਹਾਰੇ, ਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਤੁਹਾਡੇ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਆਸੀਸ ਦਿਓ, ਭੁੱਲਾਂ ਨਾ ਚਿਤਾਰਿਓ। ਸਮੂਹ ਸੰਗਤ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਜੀ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਫਿਰ ਸਮਾਪਤੀ ਹੈ ਜੀ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਾਰਾਜਰੀ ਗਾਠੜੀਓ। ਜਨ ਨਾਨਕ ਗਰਬਾਸ ਨਾ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।